सवाल है जो मैं ट्राई करती हूँ कि मैं आपसे पंजाबी में पूछ सकूँ। चन्ने कोई नहीं ਤੁਸੀਂ ਪੁੱਛੋ ਉਰਦੂ ਚ। सर मेरा सवाल ये कि जैसे अगर मुझे पंजाबी में लिखना है तो ਜਿਹੜਾ ਵਰਜਨ ਮੈਂ ਆਪਣੇ ਘਰ ਵਿੱਚ ਸੁਣਿਆ ਹੈ ਤੇ ਉਹਦੇ ਵਾਸਤੇ ਕੀ ਕੋਈ ਆਫੀਸ਼ੀਅਲ ਵਰਜਨ ਹੋਏਗਾ ਜਿਹੜਾ ਮੈਨੂੰ ਅਡਾਪਟ ਕਰਨਾ ਹੋਏਗਾ ਕਿ ਤੁਸੀਂ ਕਹੋਗੇ ਕਿ ਨਹੀਂ ਇਹ ਤੇ ਉਹ ਪੰਜਾਬੀ ਨਹੀਂ ਹੈਗੀ ਜਿਹਦੇ ਵਿੱਚ ਅਸੀਂ ਕੋਈ ਇੱਕ ਪ੍ਰੋਫੈਸ਼ਨਲ ਯਾਨੀ ਆਫੀਸ਼ੀਅਲੀ ਕੋਈ ਚੀਜ਼ ਅਸੀਂ ਲਿਖ ਸਕਦੇ ਹਾਂ ਤੇ ਇਹਦੇ ਬਾਰੇ ਚ ਤੁਸੀਂ बताओ। ਨਹੀਂ ਇਸ ਤਰ੍ਹਾਂ ਦੀ ਤਾਂ ਬੋਲੀ ਸਾਡੀ ਪੰਜਾਬੀ ਨਹੀਂ ਬਣ ਸਕੀ ਨਾ। ਉਹਦੀ ਵਜ੍ਹਾ ਅਫੀਸ਼ੀਅਲੀ ਤਾਂ ਉਦੋਂ ਹੁੰਦਾ ਨਾ ਜਦੋਂ ਤੁਹਾਡੀ ਸਰਕਾਰ ਕੋਈ ਕਹਿੰਦੀ ਹੈ ਬਈ ਇਹ ਤੁਹਾਡਾ ਇੱਕ ਸਟੈਂਡਰਡ ਹੈ ਬੋਲੀ ਦਾ ਨਾ, ਤੇ ਉਹ ਚੂੰਕਿ ਲਾਗੂ ਹੀ ਨਹੀਂ ਹੋਈ ਕਦੀ ਜ਼ੁਬਾਨ ਸਾਡੀ, ਤੇ ਉਹਨੂੰ ਤੁਸੀਂ ਨਹੀਂ ਕਹਿ ਸਕਦੇ। ਹੁਣ ਜਿਹੜਾ ਪਿੰਡੀ ਵਿੱਚ ਲਿਖ ਰਿਹਾ ਹੈ ਉਹ ਆਪਣੇ ਲਹਿਜੇ ਵਿੱਚ ਲਿਖ ਰਿਹਾ, ਜਿਹੜਾ ਮੁਲਤਾਨ ਵਿੱਚ ਲਿਖ ਰਿਹਾ ਉਹ ਆਪਣੇ, ਔਰ ਜਿਹੜਾ ਬਾਹਰ ਦੇ ਵਿੱਚ ਲਿਖ ਰਿਹਾ ਹੈ ਲਹਿੰਦਾ ਜਿਹਨੂੰ ਅਸੀਂ ਪੰਜਾਬ ਕਹਿ ਰਹੇ ਹਾਂ ਉਹ ਡਿਫਰੈਂਟ ਹੈ, ਔਰ ਜਿਹੜਾ ਲਾਹੌਰ ਦੇ ਵਿੱਚ ਲਿਖ ਰਿਹਾ ਹੈ ਉਹ ਬਿਲਕੁਲ ਡਿਫਰੈਂਟ ਹੈ। ਔਰ ਤੁਸੀਂ ਆਪਣੀ ਮਾਂ ਕੋਲੋਂ ਜੋ ਸੁਣੀ ਹੈ, ਆਪਣੀ ਦਾਦੀ ਨਾਨੀ ਕੋਲ ਜੋ ਸੁਣੀ ਹੈ, ਅਗਰ ਤੁਸੀਂ ਲਿਖਣਾ ਚਾਹੋ ਤਾਂ ਤੁਸੀਂ ਉਹਦੇ ਵਿੱਚ ਹੀ ਲਿਖੋ। ਇਹੀ ਤਾਂ ਖੁੱਲ੍ਹ ਨਾ ਪੰਜਾਬੀ ਦੇ ਵਿੱਚ ਕਿ ਤੁਸੀਂ ਖੋਲ੍ਹੇ ਕਿ ਤੁਸੀਂ ਆਪਣੀ ਉਹਦੇ 'ਚ ਉਸੇ ਤਰ੍ਹਾਂ ਲਿਖੋ। ਔਰ ਕੱਲ੍ਹ ਨੂੰ ਵੈਸੇ ਤਾਂ ਹੁਣ ਮੈਨੂੰ ਨਹੀਂ ਚਾਂਸ ਨਜ਼ਰ ਆਉਂਦਾ ਕਿ ਕੋਈ ਲਾਗੂ ਹੋਏਗੀ ਸਾਡੀ ਬੋਲੀ ਪੰਜਾਬੀ, ਮੈਨੂੰ ਨਹੀਂ ਚਾਂਸ ਨਜ਼ਰ ਆਉਂਦਾ। ਹੋ ਸਕਦਾ ਹੈ ਜਿਸ ਤਰ੍ਹਾਂ ਨਵੇਂ ਟੂਲਸ ਆ ਰਹੇ ਨੇ ਕਿ ਤੁਹਾਨੂੰ ਲਿਖਣ ਦੀ ਬਜਾਏ ਬੋਲਣ ਦੇ ਵਿੱਚ ਬੋਲ ਕੇ ਹੀ ਤੁਸੀਂ ਇੱਕ ਦੂਜੇ ਨੂੰ ਸਿਖਾਵੋ ਚੀਜ਼ਾਂ, ਔਰ ਹੋ ਸਕਦਾ ਉਸ ਟੂਲ ਦੇ ਵਿੱਚ ਆ ਕੇ ਸਾਡੀ ਬੋਲੀ ਜਿਹੜੀ ਹੈ ਉਹ ਇਸ ਤਰ੍ਹਾਂ ਹੋਏ। ਜਿਹੜਾ ਦੂਜਾ ਹੈ ਨਾ ਲਾਗੂ ਹੋਣ ਵਾਲੀ ਗੱਲ, ਉਹ ਤਾਂ ਮੈਨੂੰ ਹੁਣ ਨਹੀਂ ਲੱਗਦੀ ਕਿ ਲਾਗੂ ਸਾਡੀ ਕਦੀ ਹੋ ਸਕੇਗੀ। ਇੱਕ ਸਟੈਂਡਰਡ ਜਿਹਾ ਬਣ ਗਿਆ ਹੈ ਕੁਝ ਲੋਕਾਂ ਦਾ, ਉਹ ਗਲਤ ਰਵੱਈਆ ਹੈ ਕਿ ਜਿਹੜੇ ਲੋਕ ਇਹ ਸਮਝਦੇ ਨੇ ਕਿ ਜਿਹੜੀ ਲਾਹੌਰ ਵਾਲੀ ਪੰਜਾਬੀ ਹੈ ਸ਼ਾਇਦ ਇਹ ਇੱਕ ਗਲਤ ਰਵੱਈਆ ਹੈ, ਇਹ ਨਹੀਂ ਹੋਣਾ ਚਾਹੀਦਾ। ਹੁਣ ਮੈਂ ਚੂੰਕਿ ਮੇਰੇ ਆਪਣੇ ਪਿਛੋਕੜ ਜਿਹੜਾ ਉਹ ਸਰਗੋਧਾ ਦਾ, ਔਰ ਮੇਰੀ ਬੋਲੀ ਵਿੱਚ ਹੁਣ ਮੈਂ 30-35 ਸਾਲ ਤੋਂ ਲਾਹੌਰ 'ਚ ਰਹਿ ਰਿਹਾ ਅਤੇ ਹੁਣ ਮੈਂ ਲਾਹੌਰ ਵਾਲੀ ਬੋਲੀ ਬੋਲ ਰਿਹਾ। ਲੇਕਿਨ ਮੈਂ ਜਦੋਂ ਲਿਖਣ ਲੱਗਣਾ ਤਾਂ ਪਤਾ ਨਹੀਂ ਕਿਵੇਂ ਉਹ ਸਾਰੇ ਲਫ਼ਜ਼ ਉਹ ਹੀ ਆਉਂਦੇ ਨੇ ਜਿਹੜੇ ਬਾਹਰ ਦੇ ਨੇ, ਅਤੇ ਮੈਂ ਕਦੀ ਨਹੀਂ ਕੋਸ਼ਿਸ਼ ਕੀਤੀ ਕਿ ਮੈਂ ਉਹਨਾਂ ਨੂੰ ਨਾ ਲਿਖਾਂ, ਮੈਂ ਤਾਂ ਉਸੇ ਤਰ੍ਹਾਂ ਹੀ ਲਿਖਣਾ। ਅੱਛਾ, ਅਸਲਾਮ ਅਲੈਕੁਮ। ਬੜਾ ਸੋਚ ਵਿਚਾਰੀਆਂ ਗੱਲਾਂ ਕੀਤੀਆਂ ਤੁਸੀਂ, ਔਰ ਦਿਲ ਵਿੱਚ ਯਕੀਨਨ ਉਤਰੀਆਂ। ਮੈਂ ਵੀ ਚੁੱਕੇ ਬੜੀ ਦੇਰ ਤੋਂ ਇਹਦੇ ਬਾਰੇ ਪੰਜਾਬੀਆਂ ਦੇ ਬਾਰੇ ਸੋਚਦਾ ਰਿਹਾ ਕਰਦਾ ਰਿਹਾ, ਲੇਕਿਨ ਅੱਜ ਵਾਕਿਆਤਨ ਬਹੁਤ ਸਾਰੇ ਹਕਾਇਕ ਦਾ ਪਤਾ ਚੱਲਿਆ। ਮੇਰਾ ਇੱਕ ਛੋਟਾ ਜਿਹਾ ਸਵਾਲ ਹੈ, ਗੁਰਮੁਖੀ ਦਾ ਸਟੇਟਸ ਅਤੇ ਪੰਜਾਬੀ ਦਾ ਹੋਣੇ ਦਾ ਸਟੇਟਸ ਕੀ ਹੈਗਾ? ਗੁਰਮੁਖੀ ਇਹ ਵੀ ਲੀਡ ਕਰ ਰਹੀ ਹੈ ਕਿਉਂਕਿ ਹੁਣ ਪੰਜਾਬ ਦੇ ਵਿੱਚ ਇਕੱਠ ਹੋ ਰਿਹਾ ਹੈ ਜਿਹੜਾ ਕਿ ਸਾਨੂੰ ਨਜ਼ਰ 'ਤੇ ਆਉਂਦਾ ਹੈ। ਦੋਵਾਂ ਦਾ ਕੀ ਸਟੇਟਸ ਹੈ? ਕਿਉਂਕਿ ਅਸੀਂ ਬਹੁਤ ਸਾਰਾ ਪ੍ਰੋਗਰਾਮ ਜਿਹੜਾ ਕਰਨੇ ਆ ਉਹ ਗੁਰਮੁਖੀ ਜ਼ਬਾਨ ਵਿੱਚ ਹੀ ਕਰਨੇ ਆ। ਸਾਡੇ ਬ੍ਰੌਡਕਾਸਟਿੰਗ ਦੇ ਵਿੱਚ ਵੀ ਗੁਰਮੁਖੀ ਜ਼ਬਾਨ ਵਿੱਚ ਇੱਕ ਪ੍ਰੋਗਰਾਮ ਹੁੰਦਾ। ਨਹੀਂ, ਗੁਰਮੁਖੀ ਤੁਸੀਂ ਲਹਿਜੇ ਨੂੰ ਕਹਿ ਰਹੇ ਹੋ ਜਾਂ ਸਕ੍ਰਿਪਟ ਨੂੰ? ਗੁਰਮੁਖੀ ਲਹਿਜੇ ਦੇ ਵਿੱਚ ਅੱਛਾ, ਲਹਿਜੇ ਬੋਲੇ ਜਾਂਦੇ, ਲੇਕਿਨ ਉਹ ਫਿਰ ਪੰਜਾਬੀ ਫਰਦਰ ਖਰਾਬ ਹੁੰਦੀ ਹੈ ਨਾ ਉਹਦੇ ਨਾਲ। ਤੇ ਇਹਨੂੰ ਤੋੜ ਲਈ ਕੀ ਕੀਤਾ ਜਾ ਸਕਦਾ ਹੈ? ਉਹ ਦੇਖੋ ਜਿਹੜਾ ਨਾ ਇਹ ਤਾਂ ਇੱਕ ਨੈਚੁਰਲ ਜੀ ਗੱਲ ਸੀ। ਉੱਧਰ ਉਹਨਾਂ ਨੇ ਲੈਂਗੁਏਜ ਬਣਾ ਦਿੱਤੀ ਐਜੂਕੇਸ਼ਨ ਦੀ ਨਾ, ਪੰਜਾਬੀ ਖਾਸ ਤੌਰ 'ਤੇ ਪ੍ਰਾਇਮਰੀ ਐਜੂਕੇਸ਼ਨ ਜਿਹੜੀ ਹੈ ਨਾ ਉਹਨਾਂ ਨੇ ਪੰਜਾਬੀ ਨੂੰ ਬਣਾ ਲਿਆ ਉਸ ਪਾਸੇ ਨਾ, ਇੰਡੀਅਨ ਪੰਜਾਬ ਵਿੱਚ। ਅਤੇ ਜਿਸ ਵਕਤ ਉਹ ਬਣੀ ਅਤੇ ਜਿਹੜੀਆਂ ਹੁਣ ਤੁਸੀਂ ਟਰਮੀਨਾਲੋਜੀ ਲੈ ਕੇ ਆਉਂਦੇ ਹੋ, ਖਾਸ ਤੌਰ 'ਤੇ ਟੈਕਨੀਕਲ ਜਾਂ ਸਾਇੰਸੀ ਜਿਹੜੀ ਟਰਮੀਨਾਲੋਜੀ ਤੁਸੀਂ ਲੈ ਕੇ ਆਉਂਦੇ ਹੋ, ਅਤੇ ਉਹ ਉਹਨਾਂ ਦਾ ਵੀ ਇੰਨਾ ਕੋਈ ਜ਼ਿਆਦਾ ਕੰਮ ਨਹੀਂ ਸੀ, ਅਤੇ ਉਹਨਾਂ ਨੇ ਸੰਸਕ੍ਰਿਤ ਤੋਂ ਲੈ ਲਿਆ। ਅਤੇ ਉਹ ਜਿਸ ਵਕਤ ਉਹ ਬੱਚਾ ਸਕੂਲ ਦੇ ਵਿੱਚ ਉਹ ਪੜ੍ਹ ਰਿਹਾ ਹੈ ਜ਼ੁਬਾਨ, ਹੁਣ ਜਿਹੜੇ ਇੰਡੀਆ ਦੇ ਲੋਕ ਨੇ ਉਹ ਜਦੋਂ ਅਸੀਂ ਬੋਲਦੇ ਹਾਂ ਤਾਂ ਕਹਿੰਦੇ ਤੁਸੀਂ ਜ਼ਿਆਦਾ ਠੇਠ ਪੰਜਾਬੀ ਬੋਲਦੇ ਹੋ, ਕਿਉਂਕਿ ਅਸਾਂ ਤਾਂ ਕਦੀ ਸਕੂਲਾਂ 'ਚ ਪੜ੍ਹੀ ਨਹੀਂ। ਹੁਣ ਮੈਂ ਤਾਂ ਕਦੀ ਕਿਸੇ ਇੱਕ ਜਮਾਤ ਵਿੱਚ ਵੀ ਨਹੀਂ ਪੰਜਾਬੀ ਪੜ੍ਹੀ। ਮੈਂ ਤਾਂ ਆਪਣੇ ਸ਼ੌਕ ਦੇ ਨਾਲ ਜਾਂ ਪਿਆਰ ਪ੍ਰੇਮ ਹੋਏਗਾ ਮੇਰਾ ਆਪਣੀ ਬੋਲੀ ਨਾਲ, ਅਤੇ ਮੈਂ ਉਹਦੇ ਵਿੱਚ ਲਿਖ ਰਿਹਾ। ਜਦੋਂ ਕਿ ਉੱਥੇ ਤੇ ਸਕੂਲਾਂ ਦੇ ਵਿੱਚ ਉਹਨਾਂ ਨੂੰ ਪੜ੍ਹਾਈ ਜਾਂਦੀ, ਜਿਹੜੀ ਸਕੂਲਾਂ 'ਚ ਪੜ੍ਹਾਈ ਜਾਂਦੀ ਉਹਦੇ 'ਚ ਸੰਸਕ੍ਰਿਤ ਬਹੁਤ ਜ਼ਿਆਦਾ, ਉਹਦੇ 'ਚ ਹਿੰਦੀ ਬਹੁਤ ਜ਼ਿਆਦਾ ਹੈ। ਹੁਣ ਅਗਰ ਅੱਜ ਅਸੀਂ ਵੀ ਉਰਦੂ ਵਾਲਿਆਂ ਨੇ ਜਿਵੇਂ ਕੋਸ਼ਿਸ਼ ਕੀਤੀ ਕਿ ਫਿਜ਼ਿਕਸ ਕੈਮਿਸਟਰੀ ਨੂੰ ਉਰਦੂ ਵਿੱਚ ਲਿਖਣਾ, ਅਤੇ ਉਹ ਸਾਰੀਆਂ ਟਰਮਾਂ ਇਹਨਾਂ ਨੇ ਅਰਬੀ ਫਾਰਸੀ 'ਚੋਂ ਲਈਆਂ, ਆਪ ਹੀ ਕੋਈ ਨਹੀਂ ਬਣਾਈਆਂ ਇਹਨਾਂ ਨੇ ਟਰਮਾਂ, ਸਾਰੀਆਂ ਅਰਬੀ 'ਚੋਂ ਲਈਆਂ ਜਾਂ ਫਾਰਸੀ ਦੇ ਵਿੱਚੋਂ ਲਈਆਂ। ਹੁਣ ਐਕਸਲਰੇਸ਼ਨ ਨੂੰ ਤੁਸੀਂ ਅਸਰਾ ਲਿਖਿਆ ਫਿਜ਼ਿਕਸ ਦੇ ਵਿੱਚ, ਅਤੇ ਉਹ ਤੁਸੀਂ ਅਰਬੀ 'ਚੋਂ ਲਈਆਂ ਜਾਂ ਕੋਈ ਤੁਸੀਂ ਫਾਰਸੀ ਵਿੱਚ ਲੈ ਲਈਆਂ, ਉਹਨਾਂ ਨੇ ਉਹ ਸੰਸਕ੍ਰਿਤ 'ਚੋਂ ਲੈ ਲਈਆਂ। ਹੁਣ ਜਿਸ ਵਕਤ ਸੰਸਕ੍ਰਿਤ ਉਹਨਾਂ ਦੀ ਬੋਲੀ 'ਚ ਜ਼ਿਆਦਾ ਤੋਂ ਜ਼ਿਆਦਾ ਆ ਰਹੀ ਹੈ, ਔਰ ਮਜ਼ਹਬਾਂ ਦਾ ਤੁਸੀਂ ਜੋ ਮਰਜ਼ੀ ਕਹਿ ਲਓ, ਮਜ਼ਹਬਾਂ ਦਾ ਇੱਕ ਰੋਲ ਤੁਹਾਡੇ ਜ਼ੁਬਾਨਾਂ 'ਤੇ ਅਸਰ ਪੈਂਦਾ ਹੈ, ਜ਼ੁਬਾਨਾਂ ਦੇ ਉੱਤੇ। ਅਤੇ ਉਹ ਉਹਨਾਂ ਦੇ ਜਿਹੜਾ ਸਿੱਖ ਧਰਮ ਹੈ ਉਹਦੇ ਵਿੱਚ ਜਿਹੜੀ ਪੰਜਾਬੀ ਹੈ, ਬਲਕਿ ਬਾਬਾ ਨਾਨਕ ਦੀ ਜਿਹੜੀ ਪੰਜਾਬੀ ਹੈ ਉਹ ਤਾਂ ਕਈ ਲੋਕ ਕਹਿੰਦੇ ਪਤਾ ਪੰਜਾਬੀ ਹੈ ਵੀ ਹੈ ਕਿ ਨਹੀਂ, ਇੰਨੀ ਜ਼ਿਆਦਾ ਡਿਫਰੈਂਟ ਔਰ ਹੈ ਲੈਂਗੁਏਜ ਮਜ਼ਹਬੀ ਜਿਹੜੀ ਟਰਮੀਨਾਲੋਜੀ।
ਤੇ ਉਹ ਉਸ ਵਜ੍ਹਾ ਤੋਂ ਕਰਕੇ ਉਹ ਤੇ ਬਿਲਕੁਲ ਮੁਖਤਲਿਫ ਹੈ। ਲੇਕਿਨ ਸਾਡੇ ਪਾਸੇ ਹੁਣ ਇੱਕ ਜਿਹੜੀ ਹੈ ਨਕਲ ਜਾਂ ਰੀਸ ਪੈ ਗਈ ਹੈ ਨਾ ਕਿ ਅਸੀਂ ਹੁਣ ਅਗਰ ਪੰਜਾਬੀ 'ਚ ਗੱਲ ਕਰਨੀ ਹੈ ਤੇ ਅਸੀਂ ਲਾਹੌਰ 'ਚ ਵੀ ਬੈਠੇ ਹਾਂ ਤੇ ਅਸੀਂ ਜਲੰਧਰ ਵਾਲੀ ਲਹਿਜਾ ਬੋਲਣਾ, ਇਹ ਬੜਾ ਗਲਤ ਰਵੱਈਆ ਹੈ। ਇਹ ਬੜਾ ਗਲਤ ਰਵੱਈਆ, ਇੰਜ ਨਹੀਂ ਹੋਣਾ ਚਾਹੀਦਾ। ਹੁਣ ਤੁਸੀਂ ਦੇਖੋ ਅਕਸਰ ਮੈਂ ਦੇਖਿਆ ਕਿ ਘਰ ਵਿੱਚ ਹੋਰ ਪੰਜਾਬੀ ਉਹ ਬੋਲਦੇ ਨੇ, ਲੇਕਿਨ ਹੁਣ ਜਾਣ-ਬੁੱਝ ਕੇ ਲਿਖਣ ਵਾਸਤੇ ਕਿ ਸਿੱਖਾਂ ਨੂੰ ਚੰਗੀ ਲੱਗੇ ਉਹ ਸਿੱਖਾਂ ਵਾਲੀ ਪੰਜਾਬੀ ਲਿਖ ਰਹੇ ਨੇ। ਇੱਕ ਗਲਤ ਰਵੱਈਆ, ਲੇਕਿਨ ਕੀ ਕਹਿ ਸਕਦੇ ਹਾਂ ਇਹਦੇ ਬਾਰੇ। ਸਰ ਸਭ ਤੋਂ ਪਹਿਲਾਂ ਤੇ ਜੀ ਆਇਆਂ ਨੂੰ, ਤੁਸੀਂ ਆਪਣੇ ਬਿਜ਼ੀ ਸਕੈਡਿਊਲ ਵਿੱਚੋਂ ਟਾਈਮ ਕੱਢਿਆ। ਸਰ ਮੇਰਾ ਇੱਕ ਕੁਐਸਚਨ ਹੈ, ਬਲਕਿ ਮੈਂ ਚਾਹਾਂਗਾ ਤੁਸੀਂ ਕਮੈਂਟ ਕਰੋ ਕਿ ਲੈਂਗੁਏਜ ਜ਼ੁਬਾਨ ਦੀ ਜਿਹੜੀ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਪਹੁੰਚਾਉਣ ਵਾਸਤੇ ਜਿਹੜੇ ਮੀਡੀਅਮ ਯੂਜ਼ ਹੁੰਦੇ ਨੇ ਉਹਦੇ ਵਿੱਚ ਫਿਲਮ, ਥੀਏਟਰ ਤੇ ਇਸ ਤਰ੍ਹਾਂ ਦੇ ਜਿਹੜੇ ਤੁਹਾਨੂੰ ਆਰਟਸ ਦੀ ਡਿਫਰੈਂਟ ਸ਼ਕਲਾਂ ਨੇ ਉਹ ਬੜਾ ਇੰਪੋਰਟੈਂਟ ਰੋਲ ਪਲੇ ਕਰਦੀਆਂ ਨੇ। ਔਰ ਦੇਖਿਆ ਜਾਏ ਤਾਂ ਜਿਹੜੀ ਪੰਜਾਬੀ ਇੰਡੀਆ ਵਾਲੇ ਸਾਈਡ ਦੀ ਅਸੀਂ ਗੱਲ ਕਰ ਰਹੇ ਹਾਂ, ਉਹ ਸਾਨੂੰ ਜਿਹੜਾ ਜ਼ਿਆਦਾ ਉਹਨਾਂ ਦੀ ਫਿਲਮਾਂ ਤੋਂ ਤੇ ਜੋ ਜ਼ਿਆਦਾ ਉਹਨਾਂ ਦਾ ਸੋਰਸ ਹੈ ਉਹ ਇਹੋ ਹੀ ਹੈ। ਲੇਕਿਨ ਸਾਡੇ ਵਾਲੇ ਪਾਸੇ ਜਿਹੜੀਆਂ ਫਿਲਮਾਂ ਬਣੀਆਂ ਨੇ ਤੇ ਜਿਹੜਾ ਆਰਟ ਜਿਵੇਂ ਸਾਡਾ ਥੀਏਟਰ ਹੈ, ਲੱਗਦਾ ਕਿ ਅਸੀਂ ਆਪਣੀ ਪੰਜਾਬੀ ਨਾਲ ਵੀ ਇਨਸਾਫ ਕੀਤਾ ਕੋਈ ਫਿਲਮਾਂ ਦੇ ਰਾਹੀਂ ਜਾਂ ਜਿਹੜਾ ਥੀਏਟਰ ਹੈ? ਨਹੀਂ, ਉਹ ਵੇਖੋ ਹੁਣ ਅਹਿਮਦ ਰਾਈ ਨੇ ਜਿਹੜੇ ਗੀਤ ਲਿਖੇ ਨੇ ਜਾਂ ਵਾਰਿਸ ਲੁਧਿਆਣਵੀ ਜਾਂ ਹਸੀ ਕਾਦਰੀ ਨੇ ਜਿਹੜੇ ਪੁਰਾਣੇ ਪੰਜਾਬੀ ਦੇ ਗੀਤ ਲਿਖੇ, ਉਹ ਤੇ ਬੜੀ ਚੰਗੀ ਵਧੀਆ ਪੰਜਾਬੀ, ਬਲਕਿ ਮੈਨੂੰ ਤੇ ਕਈ ਪੰਜਾਬੀ ਨਾਰਾਜ਼ ਹੋ ਜਾਂਦੇ ਨੇ, ਪੰਜਾਬੀ ਜ਼ੁਬਾਨ ਨੂੰ ਬਚਾਇਆ ਹੀ ਉਹਨਾਂ ਗੀਤਾਂ ਨੇ। ਲੋਕੀ ਅੱਜ ਵੀ ਇੰਡੀਆ ਵਾਲੇ ਪਾਸੇ ਵੀ ਲੋਕੀ ਉਹਨਾਂ ਨੂੰ ਬਹੁਤ ਮਾਣਦੇ ਨੇ ਉਹਨਾਂ ਗੀਤਾਂ ਨੂੰ। ਤੇ ਬਾਕੀ ਜਿਹੜਾ ਜ਼ਵਾਲ ਆਇਆ ਜਾਂ ਉਹ ਤੇ ਹਰ ਚੀਜ਼ ਵਿੱਚ ਹੀ ਆਇਆ। ਹੁਣ ਜਿਹੜਾ ਜਿਸ ਤਰ੍ਹਾਂ ਦਾ ਡਰਾਮਾ ਥੀਏਟਰ ਦੇ ਉੱਤੇ ਆਇਆ, ਸਾਡਾ ਜਿਹੜਾ ਪੰਜਾਬ ਦਾ ਜਿਹੜਾ ਡਰਾਮਾ ਸੀ, ਥੀਏਟਰ ਸੀ ਖਾਸ ਤੌਰ ਤੇ, ਜਿਹਨੂੰ ਰਾਸ ਕਿਹਾ ਜਾਂਦਾ ਜਾਂ ਰਹਿਸ ਕਿਹਾ ਜਾਂਦਾ, ਇਹਦੀ ਬੜੀ ਲੰਮੀ ਤਾਰੀਖ ਹੈ। ਬਲਕਿ ਆਸਫ ਖਾਨ ਸਾਹਿਬ ਹੁੰਦੇ ਸੀ, ਉਹ ਤੇ ਕਹਿੰਦੇ ਸੀ ਕਿ ਜਿਹੜਾ ਪਹਿਲਾ ਡਰਾਮਾ ਲਿਖਿਆ ਗਿਆ ਦੁਨੀਆ ਦੇ ਵਿੱਚ ਟੈਕਸਲਾ ਦੇ ਵਿੱਚ, ਉਹ ਪੰਜਾਬ ਵਿੱਚ ਲਿਖਿਆ ਗਿਆ ਕੋਈ 2500 ਸਾਲ ਪਹਿਲਾਂ। ਮੈਨੂੰ ਨਾਂ ਭੁੱਲ ਗਿਆ ਉਸ ਬੰਦੇ ਦਾ, ਬੰਗਾਲੀ ਸੀ ਸ਼ਾਇਦ, ਪੜ੍ਹਨ ਵਾਸਤੇ ਆਇਆ ਇੱਥੇ ਤੇ ਇੱਥੇ ਉਹਨੇ ਡਰਾਮਾ। ਔਰ ਅੱਜ ਵੀ ਤੁਸੀਂ ਪੁਠਵਾਰ ਦੇ ਵਿੱਚ ਦੇਖਦੇ ਹੋ ਤੇ ਹਰ ਪਿੰਡ ਦੇ ਵਿੱਚ ਤੁਹਾਨੂੰ ਕੁਝ ਲੋਕ ਐਸੇ ਮਿਲਦੇ ਨੇ ਜਿਹੜੇ ਉਹਨਾਂ ਰਾਸ ਦੇ ਵਿੱਚ, ਉੱਥੇ ਸੰਗਲੀ ਕਿਹਾ ਜਾਂਦਾ ਸੀ ਉਹਨਾਂ ਲੋਕਾਂ ਨੂੰ ਜਿਹੜੇ ਡਰਾਮਿਆਂ ਦੇ ਵਿੱਚ ਕੰਮ ਕਰਦੇ ਸਨ, ਸਾਂਗ ਕਿਹਾ ਜਾਂਦਾ ਸੀ ਤੇ ਉਹਨਾਂ ਦੇ ਗਰੁੱਪ ਨੂੰ ਸੰਗਲੀ ਕਿਹਾ ਜਾਂਦਾ ਸੀ ਤੇ ਉਹ ਕੰਮ ਕਰਦੇ ਸਨ। ਫਿਰ ਇਸੇ ਤਰ੍ਹਾਂ ਬਾਹਰ ਦੇ ਵਿੱਚ ਜਿਹੜਾ ਸੀ ਪਿੜ ਸਾਂਗੀ ਉਹਨੂੰ ਕਿਹਾ ਜਾਂਦਾ ਸੀ। ਪਿੜ ਸਾਂਗੀ ਇੱਕ ਐਸਾ ਡਰਾਮਾ ਹੁੰਦਾ ਸੀ ਕਿ ਜਿਹੜਾ ਸਟੇਜ ਦੇ ਉੱਤੇ ਕੁਝ ਲੋਕ ਨੇ, ਮੰਚ ਦੇ ਉੱਤੇ ਉਹ ਔਰ ਵੇਖਣ ਵਾਲੇ ਸਾਰੇ ਹੀ ਉਹਦੇ ਵਿੱਚ ਰੋਲ ਪਲੇ ਕਰ ਰਹੇ ਹੁੰਦੇ ਸੀ, ਉਹ ਵੀ ਬੋਲ ਰਹੇ ਹੁੰਦੇ ਸੀ ਆਪਸ ਵਿੱਚ, ਉਹਨੂੰ ਪਿੜ ਸਾਂਗੀ ਕਿਹਾ ਜਾਂਦਾ ਸੀ। ਤੇ ਜਿਹਦੀ ਐਡੀ ਵੱਡੀ ਰਵਾਇਤ ਹੋਵੇ ਡਰਾਮੇ ਦੀ ਔਰ ਰਹਿਸ ਦੀ, ਉਹ ਕਿਵੇਂ ਤੁਹਾਡੇ ਜਿਸ ਵਕਤ ਕਮਰਸ਼ੀਅਲ ਥੀਏਟਰ ਆਇਆ ਜੁਗਤਾਂ ਦੀ ਸ਼ਕਲ ਦੇ ਵਿੱਚ, ਮੁਜਰੇ ਦੀ ਸ਼ਕਲ ਦੇ ਵਿੱਚ, ਤੇ ਉਹਦਾ ਫਿਰ ਇਸ ਤਰ੍ਹਾਂ ਬੇੜਾ ਗਰਕ ਹੋ ਗਿਆ। ਤੇ ਉਹ ਯਕੀਨਨ ਅਸੀਂ ਉਹਦੇ ਆਪ ਹੀ ਜ਼ਿੰਮੇਦਾਰ ਹਾਂ, ਉਹਦੇ ਵਿੱਚ ਕੋਈ ਦੂਸਰਾ ਤਾਂ ਨਹੀਂ ਜ਼ਿੰਮੇਦਾਰ। ਜਿਹੜੀ ਕਰੰਟ ਜਨਰੇਸ਼ਨ ਹੈ ਉਹਨਾਂ ਨੂੰ ਸ਼ਾਇਦ ਹਿਸਟਰੀ ਦਾ ਇਹਦਾ ਨਾ ਪਤਾ ਹੋਵੇ, ਲੇਕਿਨ ਜੋ ਕਰੰਟ ਸਿਚੁਏਸ਼ਨ ਐਸੀ ਚੱਲ ਰਹੀ ਹੈ ਜਿਹਦੇ ਵਿੱਚ ਪੰਜਾਬੀ ਫਿਲਮਾਂ ਨੂੰ ਮੇਰਾ ਖਿਆਲ ਹੈ ਕਿ ਇੱਕ ਆਮ ਸਟੂਡੈਂਟ ਜਿਹੜਾ ਜਾਂ ਮੈਂ ਅਗਰ ਲੇਮੈਨ ਦੇ ਤੌਰ ਤੇ ਦੇਖਾਂ ਤਾਂ ਮੈਨੂੰ ਲੱਗਦਾ ਹੈ ਟਰੂ ਡਿਪਿਕਸ਼ਨ ਨਹੀਂ ਹੈਗੀ ਸਾਡੇ ਕਲਚਰ ਦੀ। ਉਹ ਜੋ ਵਿਖਾ ਰਹੇ ਨੇ ਉਹ ਸਿਰਫ ਐਸੇ ਵਿਖਾ ਰਹੇ ਕਿ ਸਾਡੇ ਜਿਹੜੇ ਪੈਸੇ ਨੇ ਉਹ ਪੂਰੇ ਹੋ ਜਾਣ, ਤੇ ਜਦੋਂ ਸਾਡੀ ਨੀਅਤ ਇਹ ਹੋਏਗੀ ਬਣਾਉਣ ਵਾਲੇ ਦੀ ਕਿ ਸਾਡੇ ਪੈਸੇ ਪੂਰੇ ਹੋ ਜਾਣ, ਤਾਂ ਸਰ ਫਿਰ ਉਹ ਕਲਚਰ ਦੀ ਟ੍ਰਾਂਸਮਿਸ਼ਨ ਉੱਤੇ ਨਹੀਂ। ਉਹ ਦੇਖੋ ਜਿਹੜੇ ਲੋਕ ਪੈਸਾ ਕਮਾਉਣ ਵਾਸਤੇ ਇੱਥੇ ਆਏ ਨੇ ਉਹ ਕੋਈ ਨਜ਼ਰੀਆਤੀ ਲੋਕ ਤੇ ਹੈ ਨਹੀਂ, ਬਲਕਿ ਅੰਗਰੇਜ਼ਾਂ ਦੇ ਜ਼ਮਾਨੇ ਦੇ ਵਿੱਚ ਵੀ ਜਦੋਂ ਥੀਏਟਰ ਇੱਥੇ ਆਇਆ ਜਿਹਨੂੰ ਪਾਰਸੀ ਥੀਏਟਰ ਕਿਹਾ ਜਾਂਦਾ ਸੀ, ਅਗਰ ਉਹ ਵੀ ਤੁਸੀਂ ਦੇਖੋ ਤੇ ਬੇਸਿਕਲੀ ਸ਼ੀਰੀ ਫਰਹਾਦ ਨੂੰ ਪ੍ਰਮੋਟ ਕੀਤਾ ਜਾ ਰਿਹਾ ਸੀ, ਲੈਲਾ ਮਜਨੂੰ ਪ੍ਰਮੋਟ ਕੀਤਾ ਜਾ ਰਿਹਾ ਸੀ। ਉਹਦੀ ਤੇ ਲੋਕਲ ਤੇ ਕੋਈ ਕਹਾਣੀ ਵੀ ਨਹੀਂ ਸੀ ਉਹਦੇ ਵਿੱਚ। ਇਹ ਤੇ 30s ਦੇ ਵਿੱਚ ਆ ਕੇ ਤੇ ਕੁਝ ਲੋਕ ਅੱਗੇ ਆਏ ਤੇ ਉਹਨਾਂ ਨੇ ਫਿਰ ਇਹਦੇ ਤੇ ਮਹਿਤਾ ਸੀ ਇੱਕ ਬੰਦਾ, ਉਹਨੇ ਫਸਟ ਟਾਈਮ ਪੰਜਾਬੀ ਦੇ ਵਿੱਚ ਇਸ ਤਰ੍ਹਾਂ ਸ਼ੁਰੂ ਕੀਤਾ ਤੇ ਫਿਰ ਸਾਡੀ ਧਰਤੀ ਦੇ ਨਾਲ ਜੁੜੀਆਂ ਗੱਲਾਂ ਹੋਈਆਂ। ਪੈਸਾ ਕਮਾਉਣ ਵਾਲਾ ਜਿਹੜਾ ਬੰਦਾ ਬਿਲਕੁਲ ਜਿਹੜਾ ਕਮਰਸ਼ੀਅਲ ਆਪਣੇ ਚੀਜ਼ਾਂ ਨੂੰ ਦੇਖਦਾ, ਮੈਂ ਇੰਨੇ ਪੈਸੇ ਲਾਵਾਂ ਤੇ ਇੰਨੇ ਮੈਨੂੰ ਵਾਪਸ ਆ ਜਾਣ, ਉਹਦੇ ਉੱਤੇ ਤੇ ਤੁਸੀਂ ਐਕਸਪੈਕਟ ਵੀ ਨਹੀਂ ਕਰ ਸਕਦੇ। ਹੈ ਤੇ ਬਕਾਇਦਾ ਕੋਈ ਅਦਾਰੇ ਬਣਨ ਜਿਹੜੇ ਸੀਰੀਅਸਲੀ ਸੋਚਣ ਕਿ ਅਸੀਂ ਇਹਦੇ ਉੱਤੇ ਕੰਮ ਕਰਨਾ। ਔਰ ਫਿਰ ਜਿਵੇਂ ਇੰਡੀਆ ਵਾਲਿਆਂ ਨੇ ਆਪਣੇ ਭੰਗੜੇ ਨੂੰ ਅਗਰ ਬਚਾਇਆ ਤਾਂ ਉਹਨਾਂ ਨੇ ਸਕੂਲਾਂ ਦੇ ਵਿੱਚ ਉਹਨੂੰ ਜ਼ਰੂਰੀ ਕਰ ਦਿੱਤਾ ਕਿ ਭੰਗੜੇ ਦੇ ਮੁਕਾਬਲੇ ਕਰਵਾਏ ਔਰ ਫਿਰ ਅਵਾਰਡ ਦਿੱਤੇ, ਔਰ ਭੰਗੜੇ ਦੀ ਬੇਸ ਦੇ ਉੱਤੇ ਉਹਨਾਂ ਨੂੰ ਕਈਆਂ ਲੋਕਾਂ ਨੂੰ ਜਾਬਸ ਮਿਲਦੀਆਂ ਨੇ ਉੱਥੇ, ਤੇ ਉਹ ਫਿਰ ਆਪਣੇ ਆਪ ਹੀ ਉਹਨਾਂ ਦਾ ਉਹ ਜਿਹੜਾ ਡਾਂਸ ਹੈ। ਹੁਣ ਸਾਡੇ ਇੱਥੇ ਤੇ ਅਸਲ ਪੰਜਾਬ ਤਾਂ ਖੈਰ ਮੈਂ ਗਲਤ ਲਫ਼ਜ਼ ਕਹਿ ਰਿਹਾ, ਜਿਹੜਾ ਬਹੁਤ ਵੱਡਾ ਪੰਜਾਬ ਹੈ ਉਹ ਤੇ ਸਾਡੇ ਵਾਲੇ ਪਾਸੇ ਵੀ, ਉੱਥੇ ਤੇ ਜਦੋਂ ਪਾਰਟੀਸ਼ਨ ਹੋਈ ਤੇ ਪੰਜਾਬ ਦੇ 3 ਡਿਸਟ੍ਰਿਕਟਸ ਹਨ ਟੋਟਲ,
ਜਿਹਦੇ ਵਿੱਚੋਂ ਜਿਹੜੇ 13 ਡਿਸਟ੍ਰਿਕਟਸ ਹਨ ਉਸ ਪਾਸੇ ਗਏ, ਜਿਹੜੇ ਹੁਣ ਇਸ ਵਕਤ 3 ਸੂਬੇ ਨੇ, ਹਰਿਆਣਾ, ਹਿਮਾਚਲ ਪ੍ਰਦੇਸ਼ ਔਰ ਪੰਜਾਬ। ਜਿਹੜੇ ਸਾਡੇ ਕੋਲ 17 ਡਿਸਟ੍ਰਿਕਟਸ ਹਨ ਉਸ ਵੇਲੇ ਪਾਰਟੀਸ਼ਨ ਤੋਂ ਪਹਿਲਾਂ, ਜਿਹੜੇ ਹੁਣ 36 ਜਾਂ 37 ਬਣ ਚੁੱਕੇ ਨੇ, ਉਹ ਤਾਂ ਇਹ ਪੰਜਾਬ ਹੈ। ਅਤੇ ਇਸ ਪੰਜਾਬ ਵਿੱਚ ਇੰਨੀ ਕੁ ਵੈਰਾਈਟੀ ਹੈ ਔਰ ਇੰਨਾ ਕੁ ਤੁਸੀਂ ਉਹਦੇ 'ਤੇ ਥੀਏਟਰ ਦੇ ਵਿੱਚ, ਫਿਲਮ ਦੇ ਵਿੱਚ ਇੰਨਾ ਕੁ ਕੰਮ ਕਰ ਸਕਦੇ ਹੋ, ਲੇਕਿਨ ਉਹ ਜਿਨ੍ਹਾਂ ਲੋਕਾਂ ਨੇ ਪੈਸੇ ਕਮਾਣੇ ਨੇ ਉਹ ਨਹੀਂ ਕਰ ਸਕਦੇ। ਉਹਨਾਂ ਦਾ ਤਾਂ ਇਸ ਤਰ੍ਹਾਂ ਦਾ ਨਹੀਂ, ਮਾਈਂਡ ਹੀ ਨਹੀਂ। ਪਰ ਸ਼ੁਰੂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਦੋਂ ਹੀਰ ਰਾਂਝਾ ਫਿਲਮ ਬਣ ਰਹੀ ਹੈ ਤਾਂ ਇੱਕ ਟੀਮ ਹੈ, ਪਰਵੇਜ਼ ਮਸੂਦ, ਖਾਜਾ ਖੁਰਸ਼ੀਦ ਅਨਵਰ, ਅਹਿਮਦ ਰਾਈ, ਇਹ ਸਾਰੇ ਲੋਕ ਕਿਸੇ ਹੱਦ ਤੱਕ ਨਜ਼ਰਿਆਤੀ ਸਨ ਔਰ ਆਪਣਾ ਕੁਝ ਨਾ ਕੁਝ ਉਹਦੇ ਵਿੱਚ ਪਾ ਦਿੰਦੇ ਸਨ, ਅਤੇ ਉਹ ਸਾਨੂੰ ਨਜ਼ਰ ਆਉਂਦਾ ਕਿ ਉਹ ਇੱਕ ਬੜਾ ਠੀਕ ਸੀ। ਲੇਕਿਨ ਹੁਣ ਇਸ ਟਾਈਮ 'ਤੇ ਨਹੀਂ ਇਸ ਤਰ੍ਹਾਂ। ਜੁੜੀ ਹੋਈ ਗੱਲ ਨਾਲ ਹੀ ਜਵਾਬ ਦਿਓ ਕਿ ਬਾਲੀ ਜੱਟੀ, ਨੈਕ ਪੱਟੀ, ਆਲਮ ਲੋਹਾਰ ਤੇ ਫਿਰ ਉਹਦੇ ਬਾਅਦ ਹੁਮਾ ਸਫਦਰ ਤੇ ਫਿਰ ਅਜੋਕਾ, ਇਹ ਜਿਹੜੀ ਲੜੀ ਹੈ ਇਹਦਾ ਕੀ ਐਫਰਟਸ ਨੇ? ਇਹਦਾ ਕਮੈਂਟ। ਦੇਖੋ, ਜਿਹੜਾ ਹੁਣ ਬਾਲੀ ਜੱਟੀ ਜਾਂ ਨੈਸਨ ਪੱਟੀ, ਇਹ 7 ਥੀਏਟਰ ਬਣੇ, ਮਤਲਬ ਪਾਰਟੀਸ਼ਨ ਤੋਂ ਬਹੁਤ ਪਹਿਲਾਂ ਨਾ 7 ਸਨ ਤਕਰੀਬਨ ਥੀਏਟਰ। ਤੁਫੈਲ ਨਿਆਜ਼ੀ ਦਾ ਵੀ ਥੀਏਟਰ ਸੀ, ਨੈਸ ਆਲਮ ਲੋਹਾਰ ਦਾ ਥੀਏਟਰ ਸੀ। ਅੱਛਾ, ਉਹਨਾਂ ਨੇ ਇਸ ਤਰ੍ਹਾਂ ਕੀਤਾ ਕਿ ਇੱਕ ਕਹਾਣੀ ਵੀ ਲੈਂਦੇ ਸਨ ਅਤੇ ਮਿਊਜ਼ਿਕ ਵੀ ਇਸ ਤਰ੍ਹਾਂ ਦਾ ਪਾਉਂਦੇ ਸਨ ਕਿ ਉਹ ਲੋਕੀ ਲੰਮੀਆਂ ਕਤਾਰਾਂ ਦੇ ਵਿੱਚ ਉਹਨਾਂ ਦੀ ਟਿਕਟ ਲੈ ਕੇ ਤੇ ਆਉਂਦੇ ਸਨ। ਹੁਣ ਜਿਹੜਾ ਹੁਮਾ ਸਫਦਰ ਦੀ ਤੁਸੀਂ ਗੱਲ ਕੀਤੀ, ਹੁਣ ਮੈਨੂੰ ਨਹੀਂ ਪਤਾ ਹੁਣ ਰਿਕਾਰਡਿੰਗ ਹੀ ਨਹੀਂ ਉਹਨਾਂ ਤੱਕ ਪਹੁੰਚ ਜਾਏ, ਉਹ ਜ਼ਿਆਦਾ ਹੀ ਨਜ਼ਰਿਆਤੀ ਹੈ ਕੰਮ, ਉਹ ਬਹੁਤ ਹੀ ਨਜ਼ਰਿਆਤੀ ਕੰਮ ਹੈ ਅਤੇ ਉਹਦੇ ਵਿੱਚ ਮਾਰਕਸਿਜ਼ਮ ਜ਼ਿਆਦਾ ਹੈ, ਆਰਟ ਜਿਹੜਾ ਨਾ ਉਹ ਉਸ ਤਰ੍ਹਾਂ ਨਹੀਂ। ਹੁਣ ਦੇਖੋ, ਤੁਸੀਂ ਆਪ ਡਰਾਮੇ ਲਿਖੇ ਨਾ, ਤੁਸੀਂ ਬਹੁਤ ਸਾਰੀ ਚੀਜ਼ਾਂ ਦਾ ਖਿਆਲ ਰੱਖਿਆ ਹੋਏਗਾ ਨਾ ਵੀ ਮੈਂ ਇੱਕ ਫਿਊਡਲ ਲਾਰਡ ਨੂੰ ਵੀ ਵਹਾਉਣਾ ਹੈ ਔਰ ਨਾਲ ਮੈਂ ਇਹ ਚੀਜ਼ਾਂ ਵੀ ਹੋਣਗੇ ਅਤੇ ਮੇਰੇ ਲੋਕ ਜਿਹੜੇ ਨੇ ਅਟਰੈਕਟ ਹੋਣਗੇ ਮੇਰੇ ਉਸ ਵੱਲ। ਔਰ ਅਗਰ ਮੈਂ ਜਿੰਨਾ ਕੁ ਮਾਰਕਸਿਜ਼ਮ ਨੂੰ ਸਮਝ ਆਇਆ, ਮੈਂ ਉਹ ਡਾਇਲਾਗ ਦੀ ਸ਼ਕਲ ਦੇ ਵਿੱਚ ਲੋਕਾਂ 'ਤੇ ਥੋਪਾਂਗਾ ਅਤੇ ਉਹ ਨਹੀਂ ਮਤਲਬ ਹੋ ਸਕਦਾ। ਜਿਸ ਤਰ੍ਹਾਂ ਅਜੋਕਾ ਥੀਏਟਰ ਦੇ ਵਿੱਚ ਫਿਰ ਵੀ ਉਹਨਾਂ ਨੇ ਕੋਈ ਗੁੰਜਾਇਸ਼ ਰੱਖੀ, ਹਾਲਾਂ ਉਹਨਾਂ ਨੇ ਕੁਝ ਕਹਾਣੀਆਂ ਨੂੰ, ਜਿਵੇਂ ਬੁੱਲੇ ਸ਼ਾਹ ਦਾ ਜਿਹੜਾ ਡਰਾਮਾ ਬਣਾਇਆ, ਉਹਨੂੰ ਬਿਲਕੁਲ ਹੀ ਵਿਗਾੜ ਕੇ ਰੱਖ ਦਿੱਤੀ ਹਿਸਟਰੀ ਵੈਸੇ, ਲੇਕਿਨ ਉਹਨਾਂ ਨੇ ਐਸੇ ਉਹਦੇ 'ਚ ਮਸਾਲੇ ਮਸੂਲੇ ਪਾ ਦਿੱਤੇ ਕਿ ਬਹੁਤ ਲੋਕਾਂ ਨੇ ਉਹਨੂੰ ਪਸੰਦ ਕੀਤਾ ਔਰ ਵੇਖਿਆ। ਅਤੇ ਮੇਰਾ ਆਪਣਾ ਖਿਆਲ ਹੈ ਕਿ ਹੁਮਾ ਸਫਦਰ ਵਗੈਰਾ ਇੱਕ ਸਿੰਸੀਅਰ ਲੋਕ ਨੇ, ਇੱਕ ਐਫਰਟ ਕਰ ਰਹੇ ਨੇ, ਲੇਕਿਨ ਜਿਹੜਾ ਲੋਕਾਂ ਤੱਕ ਪਹੁੰਚੇ ਔਰ ਲੋਕ ਉਹਨੂੰ ਪਸੰਦ ਕਰਨ ਔਰ ਫਿਰ ਅੱਗੇ ਅੱਗੇ ਲੋਕ ਕਰਦੇ ਜਾਣ, ਇਹ ਉਂਝ ਦਾ ਕੰਮ ਨਹੀਂ। अस्सलाम वालेकुम सर। अच्छा, काफ़ी सैर हासिल ਕੀਤੀ ਤੇ 2-4 ਮੇਰੇ ਵਿੱਚ ਪੁਆਇੰਟ ਜਿਹੜੇ ਮੈਂ ਕਲੀਅਰ ਕਰਵਾਉਣਾ ਚਾਹਾਂਗਾ। ਇੱਕ ਤੇ ਪਹਿਲੇ ਗੱਲ ਹੋਈ ਵੀ ਜਿਵੇਂ ਉਰਦੂ ਦੇ ਨਾਲ ਖਾਮਖਾ ਜਿਹੜੀ ਹੈਗਾ ਪੰਜਾਬੀ ਵਾਲਾ ਜਿਹੜਾ ਨਫ਼ਰਤ ਕਰਦਾ ਹੈ, ਉਹ ਵੀ ਸਮਝ ਨਹੀਂ ਆਉਂਦੀ ਗੱਲ ਹੈ। ਠੀਕ ਹੈ, ਮੈਂ ਰੇਡੀਓ ਪਾਕਿਸਤਾਨ ਤੇ ਪੰਜਾਬੀ ਪ੍ਰੋਗਰਾਮ ਕਰਨਾ ਸਰ FM 93 ਤੇ ਲਾਹੌਰ ਤੇ ਲਾਹੌਰੀ ਪੰਜਾਬੀ ਬੋਲਣਾ 5-7 ਸਾਲ ਤੋਂ ਅਸੀਂ ਲਾਹੌਰੀ ਹੈਗੇ ਹਾਂ, ਕਈ ਸਦੀਆਂ ਤੋਂ, ਵੈਸੇ ਬਲੋਚ ਹਾਂ। ਤੇ ਉੱਥੇ ਕਿਸੇ ਸਾਹਿਬ ਗੈਸਟ ਨੂੰ ਬੁਲਾਇਆ ਕਿ ਪੰਜਾਬੀ ਦੀ ਜਰਨਲਿਸਟ ਹੈਗੇ ਸਨ, ਉਹ ਆ ਕੇ ਬੈਠੇ। ਹੁਣ ਮੇਰੀ ਵਜ਼ਾਕਤਾਂ ਤੋਂ ਲੱਗਦਾ ਕਿ ਜਿਵੇਂ ਪਤਾ ਨਹੀਂ ਬੰਦਾ ਅੰਗਰੇਜ਼ੀ ਬੋਲੇਗਾ ਜਾਂ ਉਰਦੂ 'ਚ ਗੱਲ ਕਰੇਗਾ, ਤੇ ਉਹ ਠੀਕ ਵੀ ਹੈ ਕਿ ਮੈਂ ਥਰੂ ਆਊਟ ਹੀ ਮੈਂ ਕੋ ਐਜੂਕੇਸ਼ਨ ਪੜ੍ਹਿਆ, ਮੈਂ ਈਸਾਈ ਮਿਸ਼ਨਰੀ ਸਕੂਲ ਤੋਂ ਹੀ ਪੜ੍ਹਿਆ, ਇੰਗਲਿਸ਼ ਮੀਡੀਅਮ ਤੋਂ ਪੜ੍ਹਿਆ, ਲੇਕਿਨ ਪੰਜਾਬੀ ਨਾਲ ਇੱਕ ਪਿਆਰ ਹੈ। ਉਹ ਬੰਦੇ ਨੇ ਬੈਠਦੇ ਨਾਲ ਹੀ ਮੇਰੇ ਪ੍ਰੋਡਿਊਸਰ ਨੇ ਕਿਹਾ ਕਿ ਇਹ ਬੰਦਾ ਉਰਦੂ 'ਚ ਗੱਲ ਕਰੇਗਾ ਕਿ ਪੰਜਾਬੀ 'ਚ ਕਰੇਗਾ। ਮੈਂ ਜੇ ਆਪਣਾ ਪੈਨਲ ਸੈੱਟ ਕਰ ਰਿਹਾ ਸੀ ਤੇ ਉਹਨੇ ਕਿਹਾ ਜੀ ਪੰਜਾਬੀ ਹੈਗਾ ਤੁਹਾਡਾ? ਕਹਿੰਦੇ ਨਹੀਂ, ਮੈਂ 10 ਹੈ ਪੰਜਾਬੀ ਬੋਲੇਗਾ ਕਿ ਉਰਦੂ ਬੋਲੇਗਾ। ਮੈਂ ਅੰਦਰੋਂ ਕਿਹਾ, ਮੈਂ ਕਿਹਾ ਸਰ ਮੈਂ ਪੰਜਾਬੀ ਹੀ ਤੁਹਾਡਾ ਗੱਲ ਕਰਾਂ, ਪਰ ਨਾ ਨਹੀਂ ਪੰਜਾਬੀ, ਮੈਂ ਉਰਦੂ ਬੋਲ ਹੀ ਨਹੀਂ ਸਕਦਾ, ਤੇ ਕੋਈ ਮਸਲਾ ਹੈ? ਉਹ ਕਹਿੰਦੇ ਜੀ ਅਗਰ ਉਰਦੂ ਗੱਲ ਕਰਨੀ ਤੇ ਮੈਂ ਇੱਥੇ ਨਹੀਂ ਬੈਠਣਾ। ਤੇ ਕਾਫੀ ਯਾਨੀ ਕਿ ਇੱਕ ਸਵੀਪਿੰਗ ਇੱਕ ਐਟੀਟਿਊਡ ਹੈ ਕਿ ਉਹ ਜ਼ਿੰਦਗੀ ਦਾ ਰਿਸਕ ਜ਼ਿਆਦਾ ਵੱਧ ਸਕਦਾ। ਇਹਦੀ ਐਗਜ਼ਾਮਪਲ ਸੀ। ਫਿਰ ਦੂਸਰੀ ਮੈਂ ਗੱਲ ਕਰਾਂਗਾ ਕਿ ਜਦੋਂ ਮੈਂ ਪ੍ਰੋਗਰਾਮ ਸਟਾਰਟ ਕੀਤਾ ਤੇ ਮੇਰੇ ਉਹਦੇ ਫੇਸਬੁੱਕ ਤੇ ਇੱਕ ਕਮੈਂਟ ਕੀਤਾ ਮੇਰੇ ਉਸਤਾਦ ਸਨ, ਉਹ ਪ੍ਰੋਗਰਾਮ ਦਾ ਨਾਮ ਹੈ ਲਾਹੌਰ। ਉਹਨਾਂ ਨੇ ਕਿਹਾ ਕਿ ਜੀ ਹੁਣ ਇੱਕ ਬਲੋਚ ਪ੍ਰੋਗਰਾਮ ਕਰ ਰਿਹਾ ਲਾਹੌਰ, ਤੇ ਜਿਹੜਾ ਲਾਹੌਰੀਆ ਦੱਸ ਰਿਹਾ ਕਿ ਲਾਹੌਰ ਹੈ ਤੇ ਪੰਜਾਬੀ ਲੈਂਗੁਏਜ ਦੇ ਵਿੱਚ। ਇੱਕ ਇੱਧਰ ਮੈਂ ਗੱਲ ਤਮੀਦ ਬੰਨਾਂਗਾ, ਜਿਹੜਾ ਅਸੀਂ ਤੁਸੀਂ ਗੱਲ ਕੀਤੀ ਕਿ ਜੀ ਮਜ਼ਹਬ ਇਸ ਤਰ੍ਹਾਂ ਨਹੀਂ ਸੀ 1000-1200 ਸਾਲ ਪਹਿਲੇ, ਕਲੋਨੀਅਲ ਲਫ਼ਜ਼ ਨੇ ਹੁਣ ਚੇਂਜ ਕਰ ਦਿੱਤਾ। ਮੈਂ ਜੀ ਥੋੜੀ ਹਿਸਟਰੀ ਪੜ੍ਹੀ ਹੈ, ਮੇਰੇ ਖਿਆਲ ਨਾਲ ਕਿ ਮਜ਼ਹਬ ਤੇ ਠੀਕ ਹੈ ਉਹਨੇ ਰੋਲ ਪਲੇ ਕੀਤਾ ਹੈ, ਤੇ ਮੈਂ ਸਮਝ ਰਿਹਾ ਪੰਜਾਬ ਦਾ ਕਲਚਰ ਹੈਗਾ ਨਾ ਕਿ ਜ਼ਾਤਾਂ ਬਾਤਾਂ ਨੇ, ਨਿਆਜ਼ੀ ਹੈ, ਮਤਲਬ ਜੱਟ ਹੈ, ਸਿੰਧੂ ਹੈ, ਅਰਾਈ ਹੈ, ਤੇ ਰਾਣਾ ਟਵਾਣਾ ਹੈ,
ਇਹ ਜਿਹੜਾ ਜ਼ਾਤ ਕਾਸਟ ਸਿਸਟਮ ਹੈਗਾ ਨਾ, ਇੰਨੀ ਜ਼ਿਆਦਾ ਡਿਵਾਈਡ ਕੀਤਾ ਹੈ। ਮੇਰਾ ਜ਼ਾਤੀ ਇਹ ਖਿਆਲ ਹੈ ਕਿ ਮੈਂ ਤੁਹਾਡੇ ਦੇ ਚਾਹਾਂਗਾ ਕੁਝ ਪੁਆਇੰਟ ਮਜ਼ਹਬ ਤੋਂ ਬਾਅਦ ਜੋ ਆਇਆ ਇਹ ਪੰਜਾਬ ਦਾ ਜਿਹੜਾ ਕਲਚਰ ਹੈ ਨਾ, ਸਟਿਲ ਅਗਰ ਅਸੀਂ ਜ਼ਰੂਰ ਹੀ ਜਾਈਏ ਉਹ ਇੰਨੇ ਸਖਤ ਲੋਕ ਨਹੀਂ ਹੈਗੇ ਜਿਹਦੇ ਤੁਸੀਂ ਕਹਿੰਦੇ ਗਾਈਏ ਇਹ ਮੋਚੀਏ ਵਿਚਾਰੇ ਲਾਹੌਰ ਆ ਗਏ ਨੇ ਜੀ ਸਾਨੂੰ ਇੱਥੇ ਇੱਜ਼ਤ ਮਿਲ ਜਾਏਗੀ। ਇੱਕ ਇਹਦੇ ਤੇ ਕੁਝ ਰੋਸ਼ਨੀ ਪਾ ਦੇਣਾ ਕਾਸਟ ਸਿਸਟਮ ਦੇ ਉੱਤੇ। ਦੂਸਰਾ ਮੈਂ ਇਹ ਪੁੱਛਣਾ ਚਾਹਾਂਗਾ ਕਿ ਇਹ ਜਿਹੜਾ ਇਨ ਦਾ ਟਾਈਮ ਆਫ ਰਾਜ ਲਾਹੌਰ ਇੱਕ ਕਿਤਾਬ ਹੈ ਤਾਹਿਰ ਕਾਮਰਾਨ ਸਾਹਿਬ ਦੀ, ਉਹਦੇ ਵਿੱਚ ਉਹਨਾਂ ਲਿਖਿਆ ਕਿ ਜੀ 1857 ਜੰਗ ਆਜ਼ਾਦੀ ਦੇ ਬਾਅਦ ਗੋਰੇ ਨੇ ਇਹ ਫੈਸਲਾ ਕੀਤਾ ਕਿ ਪੰਜਾਬ ਦੀ ਐਡਮਿਨਿਸਟ੍ਰੇਸ਼ਨ ਉਰਦੂ ਜ਼ਬਾਨ ਇਸਤੇਮਾਲ ਕਰੇਗੀ, पंजाबी नहीं करेगी। नाल वाइसर ने लिखा कि जी ये बारबैरिक तालिक है, ये बारबैरिक लोग है। उनकी वजूहत लिखी है कि जी मे बी वो नहीं चाहते सन कि सिख दोबारा इकट्ठे हो जाए, वो दोबारा मुतहद होने ते उन्होंने इस चीज़ को दूर करो। और दूसरा थोड़ा लंबा हो गया, ठीक है। तीसरा मैं तमीज़ पूछना चाह रहा था कि जो ਅਸੀਂ ਪੰਜਾਬੀ ਦੀ ਗੱਲ ਕਰ ਰਹੇ ਹਾਂ ਤੇ ਅਸੀਂ ਹੁਣ ਐਸੋਸੀਏਟ ਕਿਉਂ ਕਰਨੇ ਆ ਸਿੱਖਾਂ ਦੇ ਨਾਲ, ਕਿਉਂਕਿ ਸਿੱਖ 400-500 ਸਾਲ ਦੀ ਗੱਲ ਹੈਗੀ ਹੈ ਤੇ ਪੰਜਾਬੀ ਜਿਹੜੀ ਹੈ ਕਾਫੀ ਪੁਰਾਣੀ ਹੈ ਤੇ ਲਾਹੌਰ ਵੀ 2-2.5 ਸਾਲ ਤੇ ਹੈ ਹੀ ਨੌਨ ਹਿਸਟਰੀ ਦਾ। ਜਿਹੜੀ ਇੱਥੇ ਪੰਜਾਬੀ ਅਸੀਂ ਕਿਵੇਂ ਕਰਨੇ ਜੀ ਇਹ ਠੇਠ ਹੈ, ਇਹ ਠੇਠ ਨਹੀਂ ਹੈਗਾ। ਹੁਣ ਮੈਂ ਤੁਹਾਡੀ ਵੀ ਦੇਖੀ ਹੈ ਬੁੱਕ, ਤੁਸੀਂ ਵਰਡ ਯੂਜ਼ ਕਰਦੇ ਹੋ ਹੇਠ ਤਾਂ ਹੇਠ, ਅਸੀਂ ਹੇਠ ਨਹੀਂ ਕਹਿੰਦੇ, ਅਸੀਂ ਥੱਲੇ ਕਹਿੰਦੇ, ਠੀਕ ਹੈ, ਇਹ ਥੱਲੇ ਜਗ੍ਹਾ ਤੇ ਐਸਾ ਕਾਫੀ ਲਫ਼ਜ਼ ਹੈਗੇ ਨੇ ਤੇ ਕੁਝ ਇਹਦੇ ਤੇ ਵੀ ਥੋੜਾ ਕਰ। ਦੇਖੋ ਜਿਹੜੀ ਤੁਸੀਂ ਗੱਲ ਕੀਤੀ ਨਾ ਉਹ ਕਿ ਉਰਦੂ ਵਾਲੇ ਉਰਦੂ ਤੋਂ ਨਫ਼ਰਤ ਜਾਂ ਤਾਂ ਉਹ ਤਾਂ ਮੈਂ ਪਹਿਲਾਂ ਹੀ ਗੱਲ ਕਰ ਚੁੱਕਿਆ ਨਾ, ਕਿਸੇ ਵੀ ਦੁਨੀਆ ਦੀ ਜ਼ੁਬਾਨ ਤੋਂ ਨਫ਼ਰਤ ਬੜੀ ਫਜ਼ੂਲ ਗੱਲ ਹੈ। ਅਸੀਂ ਪੰਜਾਬੀ ਨਾ ਖਾਸ ਤੌਰ 'ਤੇ ਲਿਖਾਰੀ, ਅਸੀਂ ਰੁੱਸੇ ਲੋਕ ਹਾਂ, ਰਿੰਝ ਲੋਕ ਹਾਂ। ਸਾਡੇ ਅੰਦਰ ਰਿੰਝਗੀ ਹੈ ਕਿ ਸਾਡੀ ਬੋਲੀ ਨੂੰ ਉਹ ਮੁਕਾਮ ਨਹੀਂ ਮਿਲਿਆ, ਸਟੇਟ ਨੇ ਨਹੀਂ ਮੰਨਿਆ, ਐਜੂਕੇਸ਼ਨ ਵਿੱਚ ਨਹੀਂ ਆਈ, ਅਤੇ ਅਸੀਂ ਉਸ ਕੰਪਲੈਕਸ ਦੇ ਵਿੱਚ ਜਾਂ ਉਸ ਗੁੱਸੇ ਦੇ ਵਿੱਚ ਅਸੀਂ ਇਸ ਤਰ੍ਹਾਂ ਦੀਆਂ ਵੀ ਹਰਕਤਾਂ ਕਰ ਜਾਂਦੇ ਹਾਂ ਕਿ ਬਈ ਉਰਦੂ ਜੇ ਨਹੀਂ ਤਾਂ ਫਿਰ ਨਹੀਂ, ਅਤੇ ਜੇ ਹੈ ਤਾਂ ਫਿਰ ਹੈ, ਬਿਲਕੁਲ ਹੀ ਇੰਝ ਨਾ ਜਿਹੜੀ ਬਿਲਕੁਲ ਹੀ ਅਸੀਂ ਉਸ ਤਰ੍ਹਾਂ ਕਰਨੇ ਨਾ ਉਹ ਬਿਲਕੁਲ ਗਲਤ ਹੈ। ਫਿਰ ਇਸ ਤਰ੍ਹਾਂ ਕਿ ਹੁਣ ਜਿਸ ਤਰ੍ਹਾਂ ਪੰਜਾਬੀਆਂ ਨੇ ਜੋੜ ਲਿਆ ਜੀ ਅਗਰ ਪੱਗ ਬੰਨੀ ਹੈ ਤਾਂ ਉਹ ਪੰਜਾਬੀ ਹੈ। ਹੁਣ ਇੰਨੀ ਫਜ਼ੂਲ ਗੱਲ ਹੈ, ਪੰਜਾਬੀ ਦੀ ਤਾਂ ਪੱਗ ਹੈ ਹੀ ਨਹੀਂ, ਪੱਗ ਤਾਂ ਤੁਰਕ ਲੈ ਕੇ ਆਏ ਨੇ। ਤੁਹਾਡੀ ਕਿਸੇ ਪੁਰਾਣੀ ਮੂਰਤੀ ਤੋਂ ਭਾਵੇਂ ਗੰਦਾਰਾ ਹੈ ਭਾਵੇਂ ਹੜੱਪਾ ਹੈ, ਉਹਦੇ ਸਿਰ 'ਤੇ ਪੱਗ ਨਹੀਂ। ਹਾਂ, ਮਤਲਬ ਜਿੰਨੀ ਵੱਡੀ ਪੱਗ ਹੋਏਗੀ ਤੁਰਕਾਂ ਦੇ ਵਿੱਚ ਸੀ ਉਨੀ ਤੁਹਾਡੀ ਸ਼ਾਨ ਉੱਚੀ ਹੋਏਗੀ। ਉੱਥੋਂ ਤੁਸੀਂ ਪੱਗ ਲਈ, ਹੁਣ ਤੁਸੀਂ ਆਪਣੀ ਪੱਗ ਨੂੰ ਲੱਗਾ ਦਾਗ ਤੇ ਇਹ ਤੇ ਇਸ ਤਰ੍ਹਾਂ ਦੀ ਉਹਦੇ ਨਾਲ ਬਹੁਤ ਸਾਰੀਆਂ ਗੱਲਾਂ ਜੋੜ ਲਈਆਂ। ਇਹ ਕੁਝ ਗੱਲਾਂ ਫਜ਼ੂਲ ਵੀ ਨੇ, ਮਤਲਬ ਇਹ ਕੁਝ ਗੱਲਾਂ ਨਾ ਜ਼ਿਆਦਾ ਵੱਧ ਕੇ ਅਸੀਂ ਕਰ ਰਹੇ ਹਾਂ। ਫਿਰ ਜਿਹੜੀ ਤੁਸੀਂ ਜ਼ਾਤਾਂ ਪਾਤਾਂ ਦੀ ਗੱਲ ਕੀਤੀ, ਹੁਣ ਦੇਖੋ ਸਾਡੇ ਕੋਲ ਪੰਜਾਬੀ ਦੇ ਵਿੱਚ ਜਿਹੜੀ ਸਭ ਤੋਂ ਪਹਿਲੀ ਲਿਖਤ ਮੌਜੂਦ ਹੈ ਨਾ ਜਿਹਦੇ ਉੱਤੇ ਅਸੀਂ ਬਹੁਤ ਮਾਣ ਕਰਨੇ ਹਾਂ, ਉਹ ਵੇ ਰਿਗਵੇਦ। ਰਿਗਵੇਦ ਦੇ ਬਾਰੇ ਕਿਹਾ ਜਾਂਦਾ ਕਿ ਸਾਡੇ ਪੰਜਾਬ ਵਿੱਚ ਲਿਖੇ ਗਏ ਹਜ਼ਾਰਾਂ ਸਾਲ ਪਹਿਲਾਂ। ਉਹਦਾ ਬਹੁਤ ਸਾਰਾ ਹਿੱਸਾ ਜਿਹੜਾ ਨਾ ਸਾਡੇ ਪੰਜਾਬ ਦੇ ਬਾਰੇ ਗੱਲਾਂ ਕਰਦਾ, ਖਾਸ ਤੌਰ 'ਤੇ ਲੋਕਾਂ ਦੇ। ਅੱਛਾ, ਹੁਣ ਅਸੀਂ ਐਟ ਏ ਟਾਈਮ ਉਹਦੇ 'ਤੇ ਮਾਣ ਵੀ ਕਰ ਸਕਦੇ ਹਾਂ, ਔਰ ਐਟ ਏ ਟਾਈਮ ਸਾਨੂੰ ਉਹਦੇ 'ਤੇ ਗੁੱਸਾ ਵੀ ਆਉਣਾ ਚਾਹੀਦਾ ਕਿ ਉਹਦੇ ਵਿੱਚ ਸਾਨੂੰ ਗਾਲਾਂ ਕੱਢੀਆਂ ਗਈਆਂ ਨੇ। ਜਿਸ ਵਕਤ ਇੰਦਰਾ, ਜਿਹਨੂੰ ਅੱਜ ਇੰਡੀਆ ਵਾਲੇ ਭਗਵਾਨ ਮੰਨ ਰਹੇ ਨੇ, ਅਗਨੀ ਹੈ, ਸੂਰਿਆ ਹੈ, ਇਹ ਬੇਸਿਕਲੀ ਆਰਿਆਈ ਦੇ ਸਿਪਾਹ ਸਲਾਰ ਸਨ। ਇੱਥੇ ਉਹ ਆਏ, ਉਹਨਾਂ ਨੇ ਸਾਡੇ ਜੰਗਲਾਂ ਨੂੰ ਅੱਗਾਂ ਲਾਈਆਂ, ਉਹ ਅਗਨੀ ਬਣ ਗਿਆ। ਜਿਹੜਾ ਉਹਨਾਂ ਦਾ ਮੇਨ ਸਿਪਾਹ ਸਲਾਰ ਸੀ, ਜਿਹੜਾ ਰੱਥ ਦੇ ਉੱਤੇ ਬੈਠਾ ਸੀ, ਉਹ ਇੰਦਰਾ, ਔਰ ਇਸੇ ਤਰ੍ਹਾਂ ਜਿਹੜਾ ਦੂਸਰਾ ਸੀ, ਅਤੇ ਉਹ ਸਾਰੇ ਨਾ ਉਹਨਾਂ ਦੇ। ਹੁਣ ਜਿਹੜਾ ਇੱਥੋਂ ਦਾ ਬੰਦਾ ਉਸ ਰਿਗਵੇਦ ਦੇ ਮੁਤਾਬਕ ਜਿਹੜਾ ਉਹਨਾਂ ਦੇ ਨਾਲ ਲੜ ਰਿਹਾ, ਉਹਦਾ ਨਾਮ ਵਰਿਤਰਾ। ਅੱਛਾ, ਹੁਣ ਵਰਿਤਰਾ ਜਿਹੜਾ ਹੈ ਉਹ ਬਾਰ-ਬਾਰ ਉਹਨੂੰ ਮਾਰ ਦਿੰਦੇ ਨੇ, ਉਹ ਬਾਰ-ਬਾਰ ਜ਼ਿੰਦਾ ਹੋ ਰਿਹਾ ਉਹਦੇ ਰਿਗਵੇਦ ਦੇ ਮੁਤਾਬਕ, ਔਰ ਉਹਦਾ ਨਿਸ਼ਾਨ ਸੱਪ ਹੈ, ਉਹਨੂੰ ਸੱਪ ਦੇ ਤੌਰ 'ਤੇ ਲਿਆ ਜਾ ਰਿਹਾ ਉਸ ਵਰਿਤਰਾ ਨੂੰ। ਅੱਛਾ, ਹੁਣ ਇੱਥੋਂ ਦੇ ਲੋਕਾਂ ਨੂੰ ਜਿਹੜੇ ਉਹਦੇ ਨਾਲ ਲੜ ਰਹੇ ਨੇ ਆਰਿਆਈ ਦੇ ਨਾਲ, ਉਹਨਾਂ ਨੂੰ ਕਿਹਾ ਜਾ ਰਿਹਾ ਇਹ ਨੱਕ ਵੱਡੇ ਨੇ, ਇਹਨਾਂ ਨੂੰ ਆਪਣੀ ਇੱਜ਼ਤ ਦਾ ਕੋਈ ਖਿਆਲ ਨਹੀਂ, ਇਹ ਦਾਸੇ ਨੇ, ਇਹ ਕਾਲੇ ਨੇ, ਇਸ ਟਾਈਪ ਦੇ ਲਫ਼ਜ਼ ਵਰਤੇ ਗਏ ਨੇ ਇੱਥੋਂ ਦੇ ਲੋਕਾਂ ਦੇ ਵਾਸਤੇ। ਅੱਛਾ, ਹੁਣ ਅਸਾਂ ਵਰਿਤਰਾ ਨੂੰ ਔਨ ਹੀ ਨਹੀਂ ਕੀਤਾ ਬਈ ਸਾਡਾ ਜਿਹੜਾ ਬੰਦਾ ਇੰਦਰਾ ਦੇ ਨਾਲ ਲੜ ਰਿਹਾ ਹੈ, ਅਸੀਂ ਉਹਨੂੰ ਔਨ ਹੀ ਨਹੀਂ ਕੀਤਾ ਕਿ ਸਾਡਾ ਤੇ ਉਹ ਸੀ ਕਿ ਵਰਿਤਰਾ। ਜਦੋਂ ਕਿ ਇੰਦਰਾ ਔਰ ਸੂਰਿਆ ਔਰ ਅਗਨੀ ਜਿਹੜੀ ਪਹਿਲੀ ਤ੍ਰਿਮੂਰਤੀ ਬਣੀ, ਅੱਜ ਤੁਸੀਂ ਤ੍ਰਿਮੂਰਤੀ ਜਿਹੜੀ ਦੇਖਦੇ ਹੋ ਨਾ ਇੰਡੀਆ ਦੇ ਵਿੱਚ, ਉਹਦੇ ਵਿੱਚ ਬ੍ਰਹਮ ਹੈ, ਵਿਸ਼ਨੂੰ ਹੈ, ਸ਼ਿਵ ਹੈ। ਜਿਹੜੀ ਪਹਿਲੀ ਬਣੀ ਨਾ ਜਿਹੜੀ ਇੱਥੇ ਜਦੋਂ ਆਰੀ ਆਈ ਹੈ, ਅਤੇ ਉਸ ਵਕਤ ਤ੍ਰਿਮੂਰਤੀ ਡਿਫਰੈਂਟ ਸੀ, ਇੰਦਰਾ ਸੀ, ਸੂਰਿਆ ਸੀ ਔਰ ਅਗਨੀ ਸੀ, ਅਤੇ ਉਹਨਾਂ ਨੇ ਤਾਂ ਉਹਨਾਂ ਨੂੰ ਦੇਵਤਾ ਬਣਾ ਲਿਆ। ਲੇਕਿਨ ਅਸੀਂ ਆਪਣੇ ਉਸ ਵਰਿਤਰਾ ਨੂੰ
ਮਾਣੇ ਹੀ ਨਹੀਂ। 1945 ਦੇ ਵਿੱਚ ਕੁਝ ਲੋਕ ਇਕੱਠੇ ਹੋਏ ਜਿਨ੍ਹਾਂ ਨੂੰ ਅੱਜ ਅਸੀਂ ਮੁਸੱਲੀ ਕਹਿੰਦੇ ਹਾਂ। ਇਹਨਾਂ ਨੇ ਫਸਟ ਟਾਈਮ ਇਹਦੇ ਉੱਤੇ ਕੰਮ ਕੀਤਾ ਕਿ ਵਰਿਤਰਾ ਕੌਣ ਸੀ ਔਰ ਵਰਿਤਰਾ ਦੀਆਂ ਔਲਾਦਾਂ ਕੌਣ ਨੇ। ਉਹ ਔਲਾਦਾਂ ਸਾਰੀਆਂ ਉਹ ਸਨ ਜਿਨ੍ਹਾਂ ਨੂੰ ਅੱਜ ਅਸੀਂ ਕੰਮੀ, ਚੂੜੇ, ਚੁਮਾਰ, ਚੰਗੜ, ਗਗੜੇ, ਸਾਂਸੀ, ਡੂਮ ਕਹਿੰਦੇ ਹਾਂ, ਜਿਨ੍ਹਾਂ ਨੂੰ ਇਸ ਸਮਾਜ ਦੇ ਵਿੱਚ ਕੋਈ ਇੱਜ਼ਤ ਨਾ ਦਿੱਤੀ ਗਈ। ਇਹ ਉਹੀ ਲੋਕ ਸਨ ਜਿਹੜੇ ਇੰਦਰਾ ਦੇ ਨਾਲ ਲੜੇ ਔਰ ਬੇਸਿਕਲੀ ਇੱਥੋਂ ਦੇ ਅਸਲ ਅਗਰ ਵਾਰਿਸ ਬਣਦੇ ਨੇ ਤੇ ਉਹ ਲੋਕ ਬਣਦੇ ਨੇ। ਉਹਨਾਂ ਨੂੰ ਤੇ ਅੱਜ ਤੱਕ ਵੀ ਨਹੀਂ ਇੱਜ਼ਤ ਦਿੱਤੀ ਗਈ। ਹੁਣ ਜਿਹੜੀ ਤੁਸੀਂ ਜ਼ਾਤ ਪਾਤ ਦੀ ਗੱਲ ਕਰਦੇ ਹੋ ਤੇ ਫਿਰ ਜਿਹੜਾ ਜਿਹਦੇ ਕੋਲ ਜਿੰਨਾ ਪੈਸਾ ਹੈ, ਜਿਹਦੇ ਕੋਲ ਜਿੰਨੀ ਜਗੀਰ ਹੈ, ਉਸੇ ਹਿਸਾਬ ਨਾਲ ਵੀ ਜ਼ਾਤਾਂ ਬਣਦੀਆਂ ਰਹੀਆਂ। ਸਿਰਫ ਜ਼ਾਤਾਂ ਕੋਈ ਇੰਜ ਬਹੁਤ ਫਿਕਸ ਨਹੀਂ ਸਨ ਬਈ ਲੜਨਾ ਤਾਂ ਖੱਤਰੀ ਹੋਏਗਾ, ਤੇ ਜੇ ਕਿਤਾਬ ਪੜ੍ਹਨੀ ਹੈ ਤਾਂ ਬ੍ਰਾਹਮਣ ਹੋਏਗਾ, ਤੇ ਜੇ ਕਿਸਾਨੀ ਕਰਨੀ ਹੈ ਤਾਂ ਵੇਸ਼ ਹੋਏਗਾ, ਤੇ ਜੇ ਸਵੀਪਰ ਬਣਨਾ ਹੈ ਤਾਂ ਸ਼ੂਦਰ ਹੋਏਗਾ। ਇਸ ਟਾਈਪ ਦੀਆਂ ਜਿਹੜੀਆਂ ਦਰਜਾਬੰਦੀਆਂ ਕੀਤੀਆਂ ਗਈਆਂ ਉਹ ਸਾਡੇ ਅੰਦਰ ਕਿਸੇ ਨਾ ਕਿਸੇ ਜਗ੍ਹਾ ਦੇ ਉੱਤੇ ਹੈ ਸਨ। ਅੱਜ ਵੀ ਅਸੀਂ ਲਫ਼ਜ਼ ਇਸਤੇਮਾਲ ਕਰ ਰਹੇ ਹਾਂ ਬਈ ਇਹ ਤਾਂ ਬੜਾ ਖਾਨਦਾਨੀ ਹੈ, ਔਰ ਉਹ ਖਾਨਦਾਨੀ ਕਦੀ ਵੀ ਕੋਈ ਮੋਚੀ ਨਹੀਂ ਨਹੀਂ ਹੁੰਦਾ, ਹਮੇਸ਼ਾ ਉਹ ਜ਼ਿਮੀਂਦਾਰ ਹੁੰਦਾ। ਬਈ ਇਹ ਤਾਂ ਬੜਾ ਖਾਨਦਾਨੀ, ਹਾਲਾਂ ਉਹ ਭਾਵੇਂ ਬਹੁਤ ਘਟੀਆ ਹੋਵੇ, ਉਹ ਚੋਰ ਹੋਵੇ, ਉਹ ਚੱਕਾ ਹੋਵੇ, ਬਈ ਇਹ ਤਾਂ ਖਾਨਦਾਨੀਆਂ ਦਾ ਪੁੱਤਰ। ਬਈ ਕਿਸ ਤਰ੍ਹਾਂ ਦਾ ਖਾਨਦਾਨੀ? ਖਾਨਦਾਨੀ ਲਫ਼ਜ਼ ਵੀ ਪਹਿਲੀ ਦਫਾ ਕੰਜਰਾਂ ਵਾਸਤੇ ਯੂਜ਼ ਹੋਇਆ, ਬਕੌਲ ਕੰਜਰਾਂ ਦੇ, ਕਿ ਜਿਸ ਵਕਤ ਅਕਬਰ ਬਾਦਸ਼ਾਹ ਦੇ ਜ਼ਮਾਨੇ 'ਚ ਟਾਈਟਲ ਵੰਡੇ ਜਾ ਰਹੇ ਸਨ, ਮੀਆਂ ਦਾ ਟਾਈਟਲ, ਫਲਾਣਾ ਟਾਈਟਲ, ਫਲਾਣਾ, ਸਭ ਲੋਕਾਂ ਦੇ ਵਿੱਚ। ਤੇ ਉਸ ਵੇਲੇ ਜਿਹੜੇ ਕੰਜਰ ਸਨ ਆਖਰ ਦੇ ਉੱਤੇ ਉਹ ਬਚ ਗਏ, ਤੇ ਉਹਨਾਂ ਕਿਹਾ ਸਾਨੂੰ ਵੀ ਤੁਸੀਂ ਕੋਈ, ਤੇ ਇੱਕ ਢੇਰੋ ਨਾਂ ਦਾ ਔਰ ਇੱਕ ਹਜ਼ਰੋ ਨਾਂ ਦੇ ਦੋ ਕੰਜਰ ਸਨ ਜਿਨ੍ਹਾਂ ਨੂੰ ਮੀਆਂ ਢੇਰੂ ਔਰ ਮੀਆਂ ਹਜ਼ਰੂ ਕਿਹਾ ਗਿਆ। ਉਹਨਾਂ ਦੀਆਂ ਲਾਦਾਂ ਨੇ ਆਪਣੇ ਆਪ ਨੂੰ ਖਾਨਦਾਨੀ ਕਿਹਾ। ਤੇ ਹੁਣ ਇੱਥੇ ਜਿਹੜਾ ਸਾਡਾ ਸਾਰਾ ਬਣ ਚੁੱਕਾ ਹੈ ਨਾ ਜ਼ਾਤ ਪਾਤ ਦਾ ਪੂਰਾ ਜਿਹੜਾ ਸਿਸਟਮ ਬਣ ਗਿਆ। ਫਿਰ ਅੰਗਰੇਜ਼ਾਂ ਦੇ ਜ਼ਮਾਨੇ ਵਿੱਚ ਜਿਹੜਾ ਬੰਦੋਬਸਤ ਹੋਇਆ ਫਸਟ ਟਾਈਮ, ਉਹਦੇ ਵਿੱਚ ਉਹਨਾਂ ਨੇ ਜਦੋਂ ਜ਼ਮੀਨਾਂ ਵੰਡੀਆਂ ਤਾਂ ਉਹਦੇ 'ਚ ਉਹਨਾਂ ਨੇ ਦੱਸਿਆ ਈਵਨ ਕਮੀਆਂ ਦੇ ਵਿੱਚ ਵੀ ਉਹਨਾਂ ਨੇ ਦਰਜੇ ਬਣਾਏ। ਜਿਹੜਾ ਵੱਡਾ ਕਮੀ ਹੋਏਗਾ ਉਹ ਲੁਹਾਰ ਤਰਖਾਨ ਹੋਏਗਾ, ਜਿਹੜਾ ਜ਼ਿਮੀਂਦਾਰ ਹੋਏਗਾ ਜਿਸ ਵਕਤ ਸਾਲ ਬਾਅਦ ਉਹਨਾਂ ਨੂੰ ਦਾਣੇ ਦੇਗਾ ਤੇ ਲੁਹਾਰ ਤਰਖਾਨ ਨੂੰ ਜ਼ਿਆਦਾ ਦੇਗਾ। ਉਹਦੀ ਵਜ੍ਹਾ ਸੀ ਕਿ ਤੁਹਾਡੀ ਜਿਹੜੀ ਉਸਾਰੀ ਹੈ, ਜਿਹੜੀ ਤਮੀਰ ਹੈ, ਉਹ ਬੇਸਿਕਲੀ ਉਹਨਾਂ ਦੇ ਨਾਲ, ਕਿਸਾਨੀ ਉਹਦੇ ਨਾਲ ਜੁੜੀ ਹੈ। ਜਦੋਂ ਸਰਕਾਰੀ ਚੱਕ ਵਸਾਏ ਗਏ ਤੇ ਉਹਦੇ ਵਿੱਚ ਦੋ ਸਿਰਫ ਅਹਾਤੇ ਜਿਹੜੇ ਸਨ ਨਾ ਉਹ ਕਮੀਆਂ ਵਾਸਤੇ ਰੱਖੇ ਜਾਂਦੇ ਸਨ। ਇੱਕ ਲੁਹਾਰਾਂ ਨੂੰ ਦਿੱਤਾ ਜਾਂਦਾ ਸੀ, ਇੱਕ ਤਰਖਾਨਾਂ ਨੂੰ ਦਿੱਤਾ ਜਾਂਦਾ ਸੀ, ਬਾਕੀ ਕਮੀਆਂ ਨੂੰ ਨਹੀਂ ਸੀ ਅਹਾਤਾ ਦਿੱਤਾ ਜਾਂਦਾ। ਅੱਛਾ, ਹੁਣ ਇੱਕ ਜਿਹੜੇ ਜ਼ਿਮੀਂਦਾਰਾਂ ਨੂੰ ਅਹਾਤੇ ਦਿੱਤੇ ਜਾਂਦੇ ਸੀ ਉਹਨਾਂ ਨੂੰ ਕਹਿੰਦੇ ਸੀ ਜ਼ਮੀਨ ਅਹਾਤੇ, ਤੇ ਉਹਨਾਂ ਨੂੰ ਕਹਿੰਦੇ ਸੀ ਕਮੀਨ ਅਹਾਤੇ। ਜਿਸ ਵਕਤ ਤੁਹਾਡਾ ਤਰਖਾਨ ਮਰ ਗਿਆ ਜਾਂ ਤੁਸੀਂ ਉਹਦੇ ਤੋਂ ਰਾਜ਼ੀ ਨਹੀਂ, ਤੁਸੀਂ ਉਹਨੂੰ ਕੱਢ ਸਕਦੇ ਹੋ ਪਿੰਡ ਦੇ ਵਿੱਚੋਂ। ਤੇ ਇਹ ਜਿਹੜਾ ਪੂਰਾ ਇੱਕ ਇਹਦਾ ਪਿਛੋਕੜ ਹੈ, ਪੂਰਾ ਇਹਦਾ ਪਾਸਟ ਹੈ ਕਿ ਕਿਸ ਤਰ੍ਹਾਂ ਇਹ ਤੁਹਾਡੇ ਅੰਦਰ ਇਹ ਜ਼ਾਤਾਂ ਪਾਤਾਂ ਔਰ ਕਿਵੇਂ ਤੁਹਾਡੇ ਅੰਦਰ ਵੜੀਆਂ। ਹੁਣ ਜਿਹੜਾ ਮੁਸੱਲੀ ਹੈ ਉਹ ਮੁਸਲਮਾਨ ਹੋ ਵੀ ਜਾਏ ਉਹਨੂੰ ਕਾਫੀ ਦੇਰ ਲੱਗਦੀ ਹੈ ਇੱਜ਼ਤਦਾਰ ਬਣਨ ਵਾਸਤੇ। ਫਿਰ ਉਹਦਾ ਸਭ ਤੋਂ ਸੌਖਾ ਤਰੀਕਾ ਹੱਜ ਕਰ ਆਉਂਦੇ ਨੇ ਤੇ ਹਾਜੀ ਸਾਹਿਬ ਹੋ ਜਾਂਦੇ ਨੇ। ਵੈਸੇ ਉਹਨਾਂ ਦੀ ਕੋਈ ਇੱਜ਼ਤ ਨਹੀਂ ਕਰਦਾ, ਸਿਰ 'ਤੇ ਅਰਬ 'ਚੋਂ ਆਉਂਦੇ ਨੇ, ਟੋਪੀ ਪਾ ਲੈਂਦੇ ਨੇ, ਰੁਮਾਲ ਪਾ ਲੈਂਦੇ ਨੇ, ਸਿਰਫ ਇਸ ਵਾਰ ਮੈਂ ਇੱਜ਼ਤਦਾਰ ਹੋ ਜਾ। ਇੰਨੇ ਪੈਸੇ ਹੱਜ 'ਤੇ ਖਰਚਦੇ ਨੇ ਇੱਜ਼ਤਦਾਰ ਹੋਣ ਵਾਸਤੇ। ਸ਼ਾਇਦ ਉਹਨਾਂ ਦੇ ਅੰਦਰ ਹੱਜ ਦੀ ਉਨੀ ਤਲਬ ਨਾ ਹੋਵੇ ਕਿ ਮੈਂ ਇਸ ਤਰ੍ਹਾਂ ਚਲੋ ਕਈ ਨਸਲਾਂ ਦਾ ਸਫ਼ਰ ਮੈਂ ਇੱਕ ਹੱਜ ਨਾਲ ਤੈਅ ਕਰ ਲਵਾਂਗਾ। ਜਾਂ ਤੁਸੀਂ ਦੇਖਦੇ ਹੋ ਅੱਜ ਕੱਲ੍ਹ ਬਹੁਤ ਸਾਰੇ ਲੋਕ ਆਪਣੇ ਨਾਮ ਨਕਸ਼ਬੰਦੀ, ਚਿਸ਼ਤੀ, ਕਾਦਰੀ, ਕੋਈ ਜ਼ਿਮੀਂਦਾਰ ਨਹੀਂ ਲਿਖਦਾ। ਹਮੇਸ਼ਾ ਜਿਨ੍ਹਾਂ ਲੋਕਾਂ ਦੀਆਂ ਉਹ ਵਿਚਾਰੇ ਨੇ ਨਾ ਉਹ ਹੀ ਆਪਣੇ ਨਾਮ ਨਾਲ ਵਾਰਸੀ ਸਾਹਿਬ ਆ ਗਏ ਤੇ ਇਹ ਫਲਾਣੇ ਆ ਗਏ ਆਮ ਤੌਰ 'ਤੇ ਜਿਨ੍ਹਾਂ ਦੀਆਂ। ਬਾਕੀ ਜਿਹੜੇ ਉਹ ਗਿਲਾਨੀ ਲਿਖਣਗੇ, ਕੁਰੈਸ਼ੀ, ਹਾਸ਼ਮੀ, ਉਹ ਸਾਰੇ ਜ਼ਿਮੀਂਦਾਰਾਂ ਦੇ ਨਾਲ ਜਿਹੜੇ ਜੁੜੇ ਹੋਣਗੇ ਉਹਨਾਂ ਦੇ ਸਾਰੇ ਟਾਈਟਲ ਉਹਨਾਂ ਦੇ ਹੋਣਗੇ। ਤੇ ਇਸ ਤਰ੍ਹਾਂ ਦੀਆਂ ਨੇ ਗੱਲਾਂ। ਤੇ ਬਾਕੀ ਨਹੀਂ ਉਹ ਤੇ ਜੁੜ ਨਹੀਂ ਠੇਠ ਪੰਜਾਬੀ ਕੋਈ ਨਹੀਂ ਹੁੰਦੀ। ਉਹ ਤੇ ਦੇਖੋ ਬਦਮਾਸ਼ੀ ਹੈ ਨਾ। ਤੁਸੀਂ ਹੁਣ ਕਹਿ ਦਿਓ ਇੱਥੇ ਲਾਹੌਰ 'ਚ ਬਹਿ ਕੇ ਵੀ ਸਾਡੀ ਪੰਜਾਬੀ ਠੇਠ ਹੈ, ਕੀ ਗੱਲ ਹੋਈ? ਹਰ ਬੰਦੇ ਦੀ ਜਿਹੜੀ ਇਹ ਬੋਲੀ ਹੈ ਉਹ ਠੇਠ ਹੀ ਹੈ। ਉੱਥੋਂ ਦਾ ਜਿਹੜਾ ਜਿਸ ਤਰ੍ਹਾਂ ਬੋਲ ਰਿਹਾ ਹੈ ਉਹ ਠੇਠ ਹੀ ਹੈ ਨਾ, ਉਹਦੇ ਵਾਸਤੇ ਤੇ ਉਹ ਠੇਠ ਹੈ। ਤੁਹਾਨੂੰ ਕਿੰਨੇ ਰਾਈਟ ਦਿੱਤਾ ਕਿ ਤੁਸੀਂ ਕਹੋ ਜੀ ਮੇਰੀ ਜਿਹੜੀ ਬੋਲੀ ਹੈ ਜਾਂ ਲਾਹੌਰੀ ਲਹਿਜਾ ਉਹ ਠੀਕ ਹੈ ਤੇ ਬਾਕੀਆਂ ਦਾ? ਜਾਂ ਬਾਹਰ ਵਾਲਿਆਂ ਨੂੰ ਵੀ ਹੱਕ ਨਹੀਂ ਯਾਰ ਲਾਹੌਰ ਦੀ ਬੋਲੀ ਨੂੰ ਕਹਿਣ ਜੀ ਇਹ ਨਹੀਂ, ਉਹ ਵੀ ਕਹਿੰਦੇ ਜੀ ਇਹ ਲਾਹੌਰੀਏ ਨੇ ਤੇ ਇਹ ਤਾਂ ਕੋਈ ਠੀਕ ਗੁਲਬਰਗੀ ਜੀ ਬੋਲਦੇ ਨੇ। ਇਹ ਵੀ ਇਸ ਤਰ੍ਹਾਂ ਦੇ ਬਾਹਰ ਦੇ ਲੋਕ ਵੀ ਕਹਿੰਦੇ ਨੇ ਕਿ ਇਹ ਤਾਂ ਗੁਲਬਰਗੀਏ ਨੇ ਤੇ ਇਹਨਾਂ ਦੀ ਪੰਜਾਬੀ ਠੀਕ, ਮੰਮੀ ਡੈਡੀ, ਬਰਗਰ ਬੱਚੇ। ਬਈ ਇਹਨਾਂ ਦੀ ਪੰਜਾਬੀ ਨਹੀਂ ਜ਼ੁਬਾਨਾਂ ਜਿਹੜੀਆਂ ਨੇ ਉਹ ਕਿੱਦਾਂ ਰੁਕਦੀਆਂ ਨਹੀਂ। ਜ਼ੁਬਾਨ ਨੇ ਅੱਗੇ ਵਧਣਾ ਹੀ ਵਧਣਾ। ਜਿਸ ਤਰ੍ਹਾਂ ਤੁਹਾਡੇ ਕਲਚਰ ਨੇ ਚੇਂਜ ਹੋਣਾ ਹੈ, ਤੁਹਾਡੀਆਂ ਆਦਤਾਂ ਨੇ ਚੇਂਜ ਹੋਣਾ ਹੈ, ਤੇ ਉਹ ਜ਼ੁਬਾਨ ਨੇ ਬਦਲਣਾ। ਤੋਂ ਜਿਹੜੀ ਸਿੱਖਾਂ ਲਈ ਤੁਸੀਂ ਗੱਲ ਕਰਦੇ ਹੋ ਨਾ, ਸਿੱਖਾਂ ਨੇ ਤੇ ਧੱਕੇ ਨਾਲ ਹੀ ਕਬਜ਼ਾ ਕਰ ਲਿਆ ਪੰਜਾਬੀ ਦੇ ਉੱਤੇ। ਕਿ ਉਹਦੀ ਵਜ੍ਹਾ ਇਹ ਵੀ ਇੱਕ ਤਾਂ ਉਹਨਾਂ ਨੇ ਦੇਖੋ ਲਾਗੂ ਕਰਵਾ ਲਈ ਪੰਜਾਬੀ ਸਕੂਲਾਂ ਦੇ ਵਿੱਚ, ਐਜੂਕੇਸ਼ਨ ਵਿੱਚ ਕਰਵਾ ਲਈ। ਫਿਰ ਉਹਨਾਂ ਦੇ ਕੋਈ ਬੰਦਾ ਕਿਤਾਬ ਪੰਜਾਬੀ ਦੀ ਛਾਪਦਾ ਹੈ ਤੇ ਉਹਨਾਂ ਦੀਆਂ ਮੁਖਤਲਿਫ ਲਾਇਬ੍ਰੇਰੀਆਂ ਨੇ ਉਹ 200 300 ਖਰੀਦ ਲੈਂਦੀ ਹੈ। ਹੁਣ ਅਸੀਂ ਇੱਥੇ ਕਿਤਾਬ ਲਿਖਦੇ ਹਾਂ, ਜਿੰਨੀ ਦੇਰ ਕਿਤਾਬ ਲਿਖਦੇ ਹਾਂ ਉਨੀ ਦੇਰ ਇਹ ਵੀ ਪਰੇਸ਼ਾਨ ਰਹਿੰਦੇ ਹਾਂ ਕਿ ਹੁਣ ਮੈਂ ਪੈਸੇ ਦਿਆਂਗਾ ਤੇ ਛਪੇਗੀ।
ਇੰਨੀ ਸਾਡੀ ਮਸਲਾ ਹੁੰਦਾ ਕਿ ਮੇਰੀ ਕਿਤਾਬ ਕੋਈ ਅਦਾਰਾ ਨਹੀਂ ਕਿ ਜਿਹੜਾ ਛਾਪੇ, ਮੈਨੂੰ ਉਹਦੇ ਵਾਸਤੇ ਪੈਸੇ ਵੀ ਜੋੜਨੇ ਪੈਂਦੇ ਨੇ, ਮੈਂ ਉਹ ਛਪਵਾਵਾਂਗਾ ਆਪਣੇ ਪੈਸਿਆਂ ਦੇ ਨਾਲ। ਤੇ ਉਹਨਾਂ ਨੇ ਹੁਣ ਜਦੋਂ ਇਹ ਸਾਰੀਆਂ ਚੀਜ਼ਾਂ ਪੰਜਾਬੀ ਵਾਸਤੇ ਕਰ ਦਿੱਤੀਆਂ ਨੇ, ਇੰਨੇ ਕੁ ਉਹਨਾਂ ਨੇ ਇਨਾਮ ਉੱਥੇ ਰੱਖ ਦਿੱਤੇ ਨੇ, ਜਿਹੜਾ ਉਹਨਾਂ ਦਾ ਪੰਜਾਬੀ ਦਾ PhD ਵਾਲਾ ਹੁੰਦਾ ਉਹਦੀ ਜਿਹੜੀ ਤਨਖਾਹ ਸੁਣੋ ਬੰਦਾ ਪਰੇਸ਼ਾਨ ਹੋ ਜਾਂਦਾ, ਉਹ ਕਿੰਨੇ ਸਾਲ PhD ਨਹੀਂ ਕਰਦੇ, ਉਹਨਾਂ ਦੀ ਉਹ ਵਜ਼ੀਫਾ ਜਿਹਾ ਉਹਨਾਂ ਦਾ ਲੱਗਾ ਰਹਿੰਦਾ। ਤੇ ਉਸ ਵਜ੍ਹਾ ਤੋਂ ਉਹ ਪੰਜਾਬੀ ਨੂੰ ਚੁੱਕ ਕੇ ਉਹਨਾਂ ਨੇ ਮਜ਼ਹਬੀ ਜ਼ੁਬਾਨ ਉਹਨਾਂ ਦੀ ਬਣ ਗਈ, ਉਹਨਾਂ ਦੀ ਮਜ਼ਹਬ ਦੀ ਜ਼ੁਬਾਨ ਹੈ, ਉਹਦੇ ਨਾਲ ਜੁੜ ਗਏ। ਹੁਣ ਉਹ ਜਿਹੜੀ ਫਿਲਮ ਹੀ ਹੈ ਤੇ ਫਿਲਮ ਉਹ ਪੈਸਾ ਉਹਦੇ ਤੇ ਲਾਉਂਦੇ ਨੇ, ਤੇ ਉਹਨਾਂ ਨੇ ਆਪਣਾ ਕਲਚਰ ਹੀ ਵਹਾਉਣਾ, ਸਿੱਖ ਹੀ ਵਹਾਉਣਾ ਵਿੱਚ, ਸਾਡਾ ਤੇ ਨਹੀਂ ਉਹਨਾਂ ਨੇ ਵਹਾਉਣਾ। ਤੇ ਉਸ ਤਰ੍ਹਾਂ ਉਹ ਡੋਮੀਨੇਟ ਇਸ ਵਜ੍ਹਾ ਤੋਂ ਕਰ ਰਹੇ ਨੇ। ਅਗਰ ਅਸੀਂ ਅੱਜ ਪੰਜਾਬੀ ਇਸ ਪਾਸੇ ਦੇ ਇਹ ਸੋਚ ਲਈਏ ਕਿ ਅਸੀਂ ਆਪਣੀ ਜ਼ੁਬਾਨ ਨੂੰ ਪ੍ਰਮੋਟ ਕਰਨਾ, ਤਾਂ ਉਹਨਾਂ ਦੀ ਤਾਂ ਸਾਡੇ ਸਾਹਮਣੇ ਉਹ ਹਸੀਅਤ ਹੀ ਨਹੀਂ ਰਹਿੰਦੀ, ਕਿਉਂਕਿ ਇੱਥੇ ਬਹੁਤ ਵੱਡਾ ਪੰਜਾਬ ਹੈ। ਇਹ ਸਾਡੀ ਆਪਣੀ ਕੁਤਾਹੀ ਹੈ, ਵਰਨਾ ਉਹਨਾਂ ਦਾ ਕੋਈ ਐਸਾ ਕਲੇਮ ਨਹੀਂ ਕਿ ਉਹ ਸਿੱਖਾਂ ਦਾ, ਜਾਂ ਅਸੀਂ ਵੀ ਉਹਨਾਂ ਨੂੰ ਜੋੜਨੇ ਆ ਕਿ ਭਈਆ ਤੇ ਸਿੱਖ ਹੈ ਤੇ ਪੰਜਾਬੀ ਹੀ ਬੋਲੇਗਾ ਮਤਲਬ, ਔਰ ਉਹ ਵਾਕਈ ਕਿਉਂਕਿ ਉਹਨਾਂ ਦੀ ਮਜ਼ਹਬੀ ਜ਼ੁਬਾਨ ਹੈ ਤੇ ਉਹ ਬੋਲਦੇ ਨੇ। बच्चों स्टूडेंट से कोई सवाल ले लें। अस्सलाम वालेकुम। जी मेरा सवाल ये है कि पंजाबी ज़ुबान को हम मानते हैं कि एक स्ट्रैटेजिकली निकाला गया है, रेडिकेट किया गया है मिडिल क्लास की ज़ुबान से हटाकर, और वो एक लोअर क्लास की बना दिया गया है, बड़े स्ट्रैटेजिकली ये हुआ है। लेकिन मेरा सवाल ये है कि हम पंजाबियों ने इसको पास्ट में या अब आकर मईशत से क्यों नहीं जोड़ा, या इसको अगर जोड़ा जा सकता है तो किस तरीके से जोड़ा जा सकता है, क्योंकि इस वक्त मुल्क का एक कंसर्न है कि हमारी जो चीज़ हम उस चीज़ में इन्वेस्ट किया जाए जहाँ से हमारे मईशत को फ़ायदा हो। तो पंजाबी ज़ुबान को किस तरह जोड़ा जा सकता है, या किस तरीके से पास्ट में अगर कोई कोशिश की गई है। एक तो ये सवाल है। दूसरा सवाल ये है कि आपने बात की कि मादुलाल हुसैन की कहानी की, तो वो एक कंट्रोवर्शियल कहानी थी, और जो बाकी भी आपने काफ़ी ज़िक्र किया, तो वो ऐसी कहानियाँ थी जो नॉर्मली हम लोग उर्दू ज़ुबान में अगर कहें या हम किसी और मीडियम के थ्रू कहें तो वो फ़ौरन से पाकिस्तान के अंदर उसको दबाने की कोशिश की जाती है। तो क्या पंजाबी ज़ुबान एक वो रेस्क्यू है जिसके अंदर इस तरह की बात करना जाए तो की जाए तो वो इस बच सके, वो एक्सेप्टेबल हो। ਦੇਖੋ ਜਿਹੜਾ ਨਾ ਸਾਡੇ ਚੁੱਕੇ, ਮੈਂ ਜਿਸ ਤਰ੍ਹਾਂ ਦੱਸਿਆ ਤੁਹਾਨੂੰ ਕਿ ਉਰਦੂ ਨੂੰ ਪ੍ਰਮੋਟ ਕੀਤਾ ਜਾ ਰਿਹਾ ਸੀ, ਬਲਕਿ ਇੱਕ ਪ੍ਰੋਗਰਾਮ ਪਾਰਟੀਸ਼ਨ ਤੋਂ ਫੌਰਨ ਬਾਅਦ ਸ਼ੁਰੂ ਹੋਇਆ ਜਿਹਦਾ ਨਾਂ ਸੀ ਪਾਕਿਸਤਾਨ ਹਮਾਰਾ ਹੈ, ਉਰਦੂ ਰੇਡੀਓ ਦੇ ਉੱਤੇ ਨਾ। ਤੇ ਇਮਤਿਆਜ਼ ਅਲੀ ਤਾਜ ਉਹ ਪ੍ਰੋਗਰਾਮ ਕਰਦਾ ਹੁੰਦਾ ਸੀ। ਉਹ ਤਕਰੀਬਨ ਹਰ ਪ੍ਰੋਗਰਾਮ ਦਾ ਮਤਲਬ ਇਹ ਹੁੰਦਾ ਸੀ ਕਿ ਹੁਣ ਪਾਕਿਸਤਾਨ ਉਰਦੂ ਵਾਲਿਆਂ ਦਾ। ਅਨਾਰਕਲੀ ਦਾ ਕਿੱਸਾ ਲਿਖਿਆ ਇਮਤਿਆਜ਼ ਅਲੀ ਤਾਜ ਨੇ, ਜਿਹਦੇ ਉੱਤੇ ਮੁਗਲ ਆਜ਼ਮ ਫਿਲਮ ਵੀ ਬਣੀ ਇੰਡੀਆ ਦੇ ਵਿੱਚ। ਅਨਾਰਕਲੀ ਟਾਈਪ ਦੀ ਕੋਈ ਕਹਾਣੀ ਪੂਰੀ ਮੁਗਲ ਹਿਸਟਰੀ 'ਚ ਨਹੀਂ ਘੜੀ, ਤੇ ਉਹ ਚੂੰਕਿ ਉਹ ਉਰਦੂ ਵਾਲਿਆਂ ਨੇ ਘੜੀ, ਔਰ ਉਹ ਮਤਲਬ ਸਾਡੇ ਐਕਸੈਪਟ ਹੋ ਗਈ। ਹੁਣ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕੰਟਰੋਵਰਸ਼ੀਅਲ ਕਹਾਣੀ, ਮਾਧੋਲਾਲ ਹੁਸੈਨ ਦੀ ਕਦੀ ਨਹੀਂ ਰਹੀ ਕੰਟਰੋਵਰਸ਼ੀਅਲ। ਐਸੀ ਅੱਜ ਕੋਈ ਕਹੇ ਤੇ ਕਵੇ ਹਕੀਕਤੁਲ ਫੁਕਰਾ 'ਚੋਂ ਸਾਰੀ ਕਹਾਣੀ, ਯਾਦਗਾਰ ਚਿਸ਼ਤੀ 'ਚ, ਰਸਾਲਾ ਬਹਾਰੀਆ ਦੇ ਵਿੱਚ ਉਹ ਸਾਰੀ ਕਹਾਣੀ ਉਸੇ ਤਰ੍ਹਾਂ ਹੀ ਲਿਖੀ ਗਈ। ਜਦੋਂ ਮੈਂ ਕਿਹਾ ਕਿ ਆਮ ਲੋਕ ਉਹ ਕਹਾਣੀ ਕਿਵੇਂ ਸੁਣਾਉਂਦੇ ਨੇ, ਤਾਂ ਕਮ ਸੇ ਕਮ ਮੈਂ 14 ਐਸੇ ਲੋਕਾਂ ਨੂੰ ਮਿਲਿਆ, ਬਜ਼ੁਰਗਾਂ ਨੂੰ, ਮਾਈਆਂ ਨੂੰ, ਜਿਹੜੇ ਉਹਨਾਂ ਦੀ ਕਹਾਣੀ ਨੂੰ ਉਸੇ ਤਰ੍ਹਾਂ ਹੀ ਸੁਣਾਉਂਦੇ ਸਨ ਜਿਹਨੂੰ ਅੱਜ ਅਸੀਂ ਕੰਟਰੋਵਰਸ਼ੀਅਲ ਕਹਿ ਰਹੇ ਹਾਂ। ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਸੀ, ਉਹ ਦੋ ਮੇਲ ਨੇ ਔਰ ਉਹਨਾਂ ਦਾ ਇਸ਼ਕ ਸੀ, ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਸੀ। ਔਰ ਉਹਨਾਂ ਦੇ ਈਵਨ ਲਵ ਮੇਕਿੰਗ ਦੇ ਜਿਹੜੇ ਸੀਨ ਸਨ ਉਹ ਬਿਆਨ ਕਰਦੇ ਸਨ ਬਕਾਇਦਾ ਕਿ ਉਹ ਇਸ ਤਰ੍ਹਾਂ ਸਨ। ਫਿਰ ਉਹਨੂੰ ਇੱਕ ਰਮਜ਼ੀਆ ਔਰ ਰਮਜ਼ ਦੇ ਵਿੱਚ ਲੈ ਕੇ ਆਉਣਾ, ਔਰ ਸਾਰਾ ਕੁਝ ਉਹ ਵੀ ਉਸ ਤਰ੍ਹਾਂ ਵੀ ਸਾਰਾ ਕੁਝ ਐਸੀ। ਜਿਹੜੀ ਤੁਸੀਂ ਰੁਜ਼ਗਾਰ ਦੇ ਨਾਲ ਕਿਹਾ ਨਾ, ਉਹ ਤਾਂ ਯਕੀਨਨ ਜਿਹੜੀ ਵੀ ਲੈਂਗੁਏਜ ਰੁਜ਼ਗਾਰ ਤੋਂ ਬਾਹਰ ਨਿਕਲ ਜਾਏਗੀ ਉਹ ਤਾਂ ਇਸੇ ਤਰ੍ਹਾਂ ਹੀ ਹੋਏਗੀ ਜਿਸ ਤਰ੍ਹਾਂ ਪੰਜਾਬੀ ਦੇ ਨਾਲ। ਜਿਸ ਵਕਤ ਹੁਣ ਤੁਸੀਂ ਕੁਝ ਲੋਕਾਂ ਨੂੰ ਨੌਕਰੀ ਮਿਲਣ ਲੱਗ ਪਈ ਹੈ MA ਪੰਜਾਬੀ ਕਰਕੇ, ਤੇ ਉਹ ਹੁਣ ਤੁਸੀਂ ਦੇਖਿਆ ਕਿ MA ਪੰਜਾਬੀ ਵਾਲੇ ਜ਼ਿਆਦਾ ਹੁੰਦੇ ਜਾ ਰਹੇ ਨੇ, MPhil ਕਰ ਰਹੇ ਨੇ ਪੰਜਾਬੀ ਦੇ ਵਿੱਚ ਬਹੁਤ ਸਾਰੇ ਲੋਕ। ਔਰ ਅਗਰ ਇਸੇ ਤਰ੍ਹਾਂ ਹੋਰ ਚਾਂਸਿਸ ਮਿਲਣ ਰੁਜ਼ਗਾਰ ਦੇ ਵਿੱਚ, ਔਰ ਮਿਲ ਸਕਦੇ ਨੇ ਮਤਲਬ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ। ਹੁਣ ਦੇਖੋ ਬਹੁਤ ਸਾਰੇ ਲੋਕ ਟਿਕਟਾਕ ਔਰ YouTube ਚੈਨਲ ਬਣਾ ਕੇ ਪੰਜਾਬੀ ਦਾ ਤੇ ਉਹ ਪੈਸੇ ਕਮਾ ਰਹੇ ਨੇ, ਔਰ ਸਭ ਤੋਂ ਜ਼ਿਆਦਾ ਟਿਕਟਾਕ ਜਾਂ YouTube ਅਗਰ ਤੁਸੀਂ ਦੇਖੋ ਤੇ ਉਹ ਜ਼ਿਆਦਾ ਤੋਂ ਜ਼ਿਆਦਾ ਪੰਜਾਬੀ ਦੇ ਵਿੱਚ ਨੇ, ਜਾਂ ਆਪਣੀ ਆਪਣੀ ਸਿੰਧੀ ਔਰ ਬਲੋਚੀ ਔਰ ਪਸ਼ਤੋ ਔਰ ਉਹਨਾਂ ਦੀਆਂ ਆਪਣੀਆਂ ਜ਼ੁਬਾਨਾਂ ਦੇ ਵਿੱਚ ਨੇ। ਇੱਕ ਆਮ ਬੰਦਾ, ਇਕੱਲਾ ਬੰਦਾ ਕੋਸ਼ਿਸ਼ ਕਰਦਾ ਹੈ ਔਰ ਉਹਦੇ ਨਾਲ ਉਹ ਕਾਫੀ ਜ਼ਿਆਦਾ ਪੈਸੇ ਵੀ ਕਮਾ ਰਿਹਾ। ਲੇਕਿਨ ਅਗਰ ਸਟੇਟ ਲੈਵਲ ਦੇ ਉੱਤੇ
ਜਿਹੜਾ ਅਲਟੀਮੇਟਲੀ ਕਿਸੇ ਜ਼ੁਬਾਨ ਨੇ ਲਾਗੂ ਤੇ ਸਟੇਟ ਦੀ ਮਰਜ਼ੀ ਨਾਲ ਹੀ ਹੋਣਾ, ਉਹ ਤੋਂ ਉਸ ਤੋਂ ਬਗੈਰ ਨਹੀਂ ਹੋ ਸਕਦੀ। ਔਰ ਉਹਦੇ ਵਿੱਚ ਅਗਰ ਤੁਸੀਂ ਸ਼ੁਰੂ ਦੇ ਉੱਤੇ ਸਿਰਫ ਪ੍ਰਾਇਮਰੀ ਐਜੂਕੇਸ਼ਨ ਕਰਦੇ ਹੋ ਕਿ ਕੰਪਲਸਰੀ ਹੋਏਗੀ ਬੱਚਿਆਂ ਵਾਸਤੇ, ਤਾਂ ਉਹਦੇ ਵਿੱਚ ਕਿੰਨਿਆਂ ਲੋਕਾਂ ਦਾ ਰੁਜ਼ਗਾਰ ਮਿਲੇਗਾ। ਫਿਰ ਅੱਗੇ ਇਸੇ ਤਰ੍ਹਾਂ ਮੁਖਤਲਿਫ ਨੌਕਰੀਆਂ ਦੇ ਵਿੱਚ ਜਿਹੜਾ ਤੁਸੀਂ ਅਗਰ ਉਸੇ ਤਰ੍ਹਾਂ ਕਰਦੇ ਹੋ। ਔਰ ਇਸ ਵੇਲੇ ਤੇ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਤੁਹਾਡੀਆਂ ਧਰਤੀ ਦੀਆਂ ਬੋਲੀਆਂ ਨੂੰ ਬਚਾਉਣ ਦੀ। ਅਗਰ ਤੁਸੀਂ ਮਜ਼ਹਬੀ ਕੱਟੜਤਾ ਜਿਹੜੀ ਆ ਗਈ ਹੈ ਤੁਹਾਡੀ ਸੁਸਾਇਟੀ ਦੇ ਵਿੱਚ, ਕਿਉਂਕਿ ਜਿੰਨੀਆਂ ਬੋਲੀਆਂ ਧਰਤੀ ਦੇ ਨਾਲ ਜੁੜੀਆਂ ਹੁੰਦੀਆਂ ਨੇ ਉਹ ਇਨਸਾਨੀਅਤ ਦੀ ਗੱਲ ਕਰਦੀਆਂ ਨੇ ਔਰ ਭਾਈਚਾਰੇ ਦੀ ਗੱਲ ਕਰਦੀਆਂ ਨੇ। ਉਹਨੂੰ ਤੁਸੀਂ ਆਪਣੇ ਕਲਚਰ ਦੇ ਨਾਲ ਔਰ ਆਰਟ ਦੇ ਨਾਲ ਹੀ ਉਹਦਾ ਮੁਕਾਬਲਾ ਕਰ ਸਕਦੇ ਹੋ। ਖਾਦਮ ਹੁਸੈਨ ਰਿਜ਼ਵੀ ਦਾ ਮੁਕਾਬਲਾ ਤੁਸੀਂ ਉਂਝ ਨਹੀਂ ਕਰ ਸਕਦੇ। ਤੁਸੀਂ ਉਹਦੇ ਨਾਲ ਕਿਵੇਂ ਲੜ ਸਕਦੇ ਹੋ? ਉਹਦਾ ਤੁਸੀਂ ਜਨਾਜ਼ਾ ਵੇਖਿਆ ਹੈ, ਪਾਕਿਸਤਾਨ ਦੀ ਤਾਰੀਖ ਦਾ ਸਭ ਤੋਂ ਵੱਡਾ ਜਨਾਜ਼ਾ, ਕਿਸੇ ਪੰਜਾਬੀ ਪਿਆਰੇ ਦੇ ਜਨਾਜ਼ੇ 'ਤੇ 7 ਬੰਦੇ ਨਹੀਂ ਆਉਂਦੇ। ਅਤੇ ਉਹ ਜਿਹੜਾ ਤੁਸੀਂ ਉਹਦੇ ਨਾਲ ਲੜਨਾ ਹੈ, ਉਹ ਤੁਸੀਂ ਆਰਟ ਦੇ ਜ਼ਰੀਏ ਲੜ ਸਕਦੇ ਹੋ। ਆਰਟ ਵੀ ਉਹ ਜਿਹੜਾ ਤੁਹਾਡਾ ਮਾਂ ਬੋਲੀ ਦੇ ਵਿੱਚ ਹੋਵੇ, ਉਹਦੇ ਨਾਲ। ਇਹ ਤਾਂ ਵਕਤ ਦੀ ਵੈਸੇ ਵੀ ਬੜੀ ਅਹਿਮ ਜ਼ਰੂਰਤ ਹੈ। ਔਰ ਅਗਰ ਉਹਨੂੰ ਰੋਜ਼ਗਾਰ ਦੇ ਨਾਲ ਜੋੜ ਦਿੱਤਾ ਜਾਏ ਤਾਂ ਫਿਰ ਬਹੁਤ ਆਸਾਨ ਹੋ ਜਾਏਗਾ ਜ਼ੁਬਾਨ ਦੀ ਪ੍ਰਮੋਸ਼ਨ ਵਾਸਤੇ। ਅੱਛਾ ਸਰ, ਜੋ ਹੋ ਗਿਆ ਪਿੱਛੇ, ਹੁਣ ਕੀ ਹੋ ਰਿਹਾ ਪੰਜਾਬੀ ਦੀ ਪ੍ਰਮੋਸ਼ਨ ਵਾਸਤੇ? ਉਹ ਕਿਹੜੇ ਐਸੇ ਪਲੇਟਫਾਰਮਸ ਨੇ ਜਾਂ ਕਿਹੜੀ ਕੋਈ ਐਸੀ ਤਨਜ਼ੀਮ ਹੈ ਜਿਹੜੀ ਸਟੂਡੈਂਟਸ ਵਾਸਤੇ ਕੋਈ ਕੰਮ ਕਰ ਰਹੀ ਹੈ ਤਾਂ ਕਿ ਉਹਨਾਂ ਨੂੰ ਇਨਵੋਲਵ ਕੀਤਾ ਜਾਏ? ਜਾਂ ਜਿਹੜੀ ਨਈ ਜਨਰੇਸ਼ਨ ਹੈ ਉਹਨਾਂ ਵਾਸਤੇ ਕੋਈ ਐਸਾ ਪਲੇਟਫਾਰਮ ਤੁਸੀਂ ਪੁਆਇੰਟ ਆਊਟ ਕਰ ਸਕੋ ਕਿ ਅਸੀਂ ਜੇ ਇਹਨੂੰ ਜੁਆਇਨ ਕਰੀਏ ਤਾਂ ਜਿਹੜੀ ਸਾਡੀ ਪੰਜਾਬੀ ਦੀ ਪਿਆਸ ਜਾਂ ਚਾਹਤ ਹੈ ਉਹ ਅਸੀਂ ਜਿਹੜਾ ਉਸ ਪਾਸੇ ਆਪਣਾ। ਹੁਣ ਦੇਖੋ ਬਹੁਤ ਸਾਰੇ ਲੋਕ ਨਾ ਆਪਣੇ ਆਪਣੇ ਥਾਂ ਕੋਸ਼ਿਸ਼ਾਂ ਕਰ ਰਹੇ ਨੇ। ਜਿਸ ਤਰ੍ਹਾਂ ਲੈਲਪੁਰ ਦੇ ਵਿੱਚ ਕੁਝ ਲੋਕ ਨੇ, ਫੈਸਲਾਬਾਦ ਦੇ ਵਿੱਚ ਮੀਆਂ ਬੀਵੀ ਨੇ ਤੁਹੀਦ ਚੱਠਾ ਅਤੇ ਚੀਮਾ ਖੌਲਾ ਚੀਮਾ, ਉਹਨਾਂ ਨੇ ਇੱਕ ਐਨੂਅਲ ਇੱਕ ਫੈਸਟੀਵਲ ਸ਼ੁਰੂ ਕੀਤਾ ਜਿਹੜਾ ਹਰ ਆਉਣ ਵਾਲੇ ਦਿਨ ਦੇ ਨਾਲ ਬਹੁਤ ਵੱਧਦਾ ਜਾ ਰਿਹਾ ਔਰ ਬਹੁਤ ਸਾਰੇ ਲੋਕ ਉਹਦੇ 'ਚ ਹੁਣ ਪਾਰਟੀਸਪੇਟ ਕਰਦੇ ਨੇ। ਉੱਥੇ ਹੀ ਅੱਜ ਤੋਂ 6-7 ਸਾਲ ਪਹਿਲਾਂ ਜਦੋਂ ਸ਼ੁਰੂ ਹੋਇਆ, ਉੱਥੇ ਹੀ ਮੈਂ ਦੇਖਿਆ ਕੁਝ ਲੋਕਾਂ ਨੂੰ ਪੰਜਾਬੀ ਪੜ੍ਹਨ ਦਾ ਸ਼ੌਕ ਪਿਆ। ਅੱਜ ਉਹ ਪੰਜਾਬੀ ਦੇ ਉੱਤੇ ਥੀਸਿਸ ਕਰ ਰਹੇ ਨੇ ਬਹੁਤ ਵੱਡੇ ਵੱਡੇ। ਇੱਥੇ ਵੀ ਬਹੁਤ ਸਾਰੇ ਲੋਕ ਆਪਣੇ ਆਪਣੇ ਥਾਂ 'ਤੇ ਕੰਮ ਕਰ ਰਹੇ ਨੇ। ਔਰ ਜਿਹੜਾ ਇੱਕ ਰਾਈਟਰ ਹੈ ਉਹ ਤਾਂ ਸਿਰਫ ਇਹੀ ਕਰ ਸਕਦਾ ਨਾ, ਅੱਛੀ ਲਿਖਤ ਲਿਖੇ। ਔਰ ਹੁਣ ਜਿਹੜਾ ਚੰਗਾ ਕੰਮ ਹੈ ਨਾ ਰੁਕਦਾ ਨਹੀਂ। ਅਗਰ ਤੁਸੀਂ ਚੰਗਾ ਲਿਖਿਆ ਉਹ ਤੁਸੀਂ ਸੋਸ਼ਲ ਮੀਡੀਆ ਦੇ ਜ਼ਰੀਏ ਕਿਸੇ ਵੀ ਥਾਂ ਤੁਸੀਂ ਇੰਟਰਨੈਸ਼ਨਲ ਲੈਵਲ ਤੱਕ ਪਹੁੰਚਾ ਸਕਦੇ ਹੋ। ਅਗਰ ਤੁਹਾਡਾ ਕੰਮ ਅੱਛਾ ਹੈ, ਤੁਸੀਂ ਅੱਛਾ ਗੀਤ ਗਾਇਆ, ਤੁਸੀਂ ਅੱਛਾ ਡਾਂਸ ਕੀਤਾ ਹੈ, ਤੁਸੀਂ ਅੱਛੀ ਪੋਇਟਰੀ ਲਿਖੀ ਹੈ, ਉਹਨੂੰ ਹੁਣ ਕੋਈ ਰੋਕ ਨਹੀਂ ਸਕਦਾ। ਆਪਣੇ ਆਪਣੇ ਥਾਂ 'ਤੇ ਬਹੁਤ ਸਾਰੇ ਲੋਕ ਜਿਹੜੇ ਇਹਨਾਂ ਨੂੰ ਕੋਸ਼ਿਸ਼ ਕਰ ਰਹੇ ਨੇ। ਲੇਕਿਨ ਜਿਹੜਾ ਤੁਸੀਂ ਪੁੱਛ ਰਹੇ ਹੋ ਕਿ ਪੂਰਾ ਇੱਕ ਕੋਈ ਇਦਾਰਾ, ਹਾਂ ਉਹ ਨਹੀਂ। ਉਹ ਤਾਂ ਸਾਡੇ ਪੰਜਾਬੀਆਂ ਦਾ ਬੜਾ ਮਸਲਾ ਹੈ ਨਾ। ਅਸੀਂ ਜਿੰਨੇ ਲੋਕ ਹਾਂ ਉਨੇ ਹੀ ਸਾਡੇ ਗਰੁੱਪ ਨੇ ਅਤੇ ਨਾਲ ਰਲ ਕੇ ਅਸੀਂ ਟੁਰਦੇ ਨਹੀਂ। ਔਰ ਉਹ ਜਿੰਨੀ ਦੇਰ ਤੱਕ, ਜਿਸ ਤਰ੍ਹਾਂ ਤੁਹਾਡੀ ਯੂਨੀਵਰਸਿਟੀ ਹੈ ਜਾਂ ਕੋਈ ਵੀ ਇਦਾਰਾ ਹੈ, ਅਗਰ ਉਹ ਕੋਈ ਇਨੀਸ਼ੀਏਟਿਵ ਲੈਂਦਾ ਹੈ ਤਾਂ ਉਹ ਇੱਕ ਬਹੁਤ ਭਰਵਾਂ ਕੰਮ ਕਰ ਸਕਦਾ ਹੈ। ਆਮ ਬੰਦੇ ਨਹੀਂ ਕਰ ਸਕਦੇ। ਬਹੁਤ ਸਾਰੀਆਂ ਮਿਸਾਲਾਂ ਨੇ ਸਾਡੇ ਸਾਹਮਣੇ, ਜਿਵੇਂ ਐਮ ਕੈਪ ਹੈ, ਉਹਨਾਂ ਨੇ ਸਟਾਰਟ ਕੀਤਾ ਜੀ ਮੈਸ ਕਮਿਊਨੀਕੇਸ਼ਨ ਦੇ ਜਿੰਨੇ ਵੀ ਇੰਸਟੀਟਿਊਟਸ ਹਨ ਉਹਨਾਂ ਨੂੰ ਇੱਕ ਛੱਤਰੀ ਥੱਲੇ ਲੈ ਲਈ। ਇਸੇ ਤਰ੍ਹਾਂ ਉਹਨਾਂ ਨੇ ਇੰਸਟੀਟਿਊਟ ਟੂ ਇੰਸਟੀਟਿਊਟ ਜਿਹੜਾ ਹੈ ਉਹ ਮੂਵ ਕੀਤਾ। ਤੇ ਇਸੇ ਤਰ੍ਹਾਂ ਜੇ ਕੋਈ ਪਲੇਟਫਾਰਮ ਐਸਾ ਹੋਵੇ ਜਿਹੜਾ ਸਟੂਡੈਂਟਸ ਨੂੰ ਇਨਵੋਲਵ ਕਰੇ ਇੰਸਟੀਟਿਊਟ ਬੇਸਿਸ 'ਤੇ ਕਿ ਜੀ ਪੰਜਾਬ ਦੇ ਅਨੇ ਇੰਸਟੀਟਿਊਟ ਅਸੀਂ ਕਵਰ ਕਰਨੇ ਨੇ, ਕਿ ਸਾਲਾਨਾ ਜਾਂ 6 ਮਾਹ ਕੋਈ ਪ੍ਰੋਗਰਾਮ ਹੋਵੇ ਤੇ ਸਟੂਡੈਂਟਸ ਨੂੰ ਇਨਵੋਲਵ ਕੀਤਾ ਜਾਏ ਤੇ ਜੋ ਸਟੂਡੈਂਟਸ ਜਿਹੜੀਆਂ ਲਿਖਤਾਂ ਨੇ ਉਹ ਪ੍ਰੈਜ਼ੈਂਟ ਕਰ ਸਕਣ ਉੱਥੇ। ਤੇ ਮੇਰਾ ਖਿਆਲ ਹੈ ਕਿ ਇਹਨੂੰ ਪ੍ਰਮੋਟ ਕੀਤਾ ਜਾ ਸਕਦਾ। ਨਹੀਂ ਕੀਤਾ ਜਾ ਸਕਦਾ। ਉਹ ਤਾਂ ਦੇਖੋ ਇਸ਼ੂ ਹੀ ਨਹੀਂ ਨਾ ਕੋਈ, ਮਤਲਬ ਕਿ ਨਹੀਂ ਪ੍ਰਮੋਟ ਕੀਤਾ ਜਾ ਸਕਦਾ। ਮੋਜ਼ਮਬੀਕ ਅਫਰੀਕਾ ਦਾ ਇੱਕ ਮੁਲਕ ਹੈ, ਉਹਦੇ ਵਿੱਚ 220 ਜ਼ੁਬਾਨਾਂ ਵਿੱਚ ਐਜੂਕੇਸ਼ਨ ਦਿੱਤੀ ਜਾਂਦੀ ਹੈ। ਮਤਲਬ ਹਰ ਬਸਤੀ ਦੀ ਇੱਕ ਆਪਣੀ ਵੱਖਰੀ ਜ਼ੁਬਾਨ ਹੈ। ਅਤੇ ਉਹ ਯੂਨੈਸਕੋ ਨੇ ਔਰ ਮੁਖਤਲਿਫ ਅਦਾਰਿਆਂ ਨੇ ਉਹਨਾਂ ਨੂੰ ਇੰਨੀ ਕੁ ਫੰਡਿੰਗ ਕੀਤੀ ਕਿ ਉਹਨਾਂ ਨੇ ਕਿਹਾ ਇਜ਼ਰਾਈਲ ਦੇ ਵਿੱਚ ਸ਼ਾਇਦ 7 ਜ਼ੁਬਾਨਾਂ ਦੇ ਵਿੱਚ ਐਜੂਕੇਸ਼ਨ ਹੈ। ਚੈਕੋਸਲੋਵਾਕੀਆ ਦੇ ਵਿੱਚ ਕਿੰਨੀਆਂ ਜ਼ੁਬਾਨਾਂ ਵਿੱਚ ਪੜ੍ਹਾਇਆ ਜਾਂਦਾ ਸੀ। ਇੱਕ ਤਾਂ ਜਿਹੜਾ ਹੈ ਕੰਪਲੈਕਸ ਜਾਂ ਇੱਕ ਕਨਫਿਊਜ਼ਨ ਜੀ ਬਣਾ ਲਈ ਗਈ ਹੈ ਨਾ ਕਿ ਬਈ ਇੱਕ ਹੀ ਜ਼ੁਬਾਨ ਹੋਵੇ ਤਾਂ ਉਹਦੇ ਵਿੱਚ ਲੋਕ ਪੜ੍ਹ ਸਕਦੇ ਨੇ। ਇਹਦੇ ਵਾਸਤੇ ਕੋਈ ਬਹੁਤ ਜ਼ਿਆਦਾ ਪੈਸਾ ਨਹੀਂ ਚਾਹੀਦਾ ਹੁੰਦਾ ਕਿ ਅਗਰ ਤੁਸੀਂ ਆਪਣੀਆਂ ਜ਼ੁਬਾਨਾਂ ਨੂੰ ਬਚਾਉਣਾ ਹੈ ਤਾਂ ਉਹਦੇ ਵਿੱਚ ਤੁਸੀਂ ਕਰੋ। ਲੇਕਿਨ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ, ਕੋਈ ਐਸਾ ਗਰੁੱਪ ਜਾਂ ਕੋਈ ਐਸਾ, ਉਹ ਕੋਈ ਨਹੀਂ ਸਾਡੇ ਇੱਥੇ ਕਿ ਅਸੀਂ ਕਹੀਏ ਉਹਨਾਂ ਨੂੰ ਇੱਕ ਆਈਡੀਅਲ ਦੇ ਤੌਰ 'ਤੇ ਲਈਏ ਕਿ ਬਈ ਇਹ ਲੋਕ ਨੇ। ਉਹ ਵੀ ਅਲਟੀਮੇਟਲੀ ਇੱਕ ਗਰੁੱਪ ਬਣ ਜਾਂਦੇ ਨੇ ਔਰ ਫਿਰ ਇੰਝ ਦੀ ਗੱਲ ਕਰਦੇ ਨੇ ਅਸੀਂ ਇੰਝ ਹਾਂ ਅਤੇ ਉਹ ਇੰਝ ਨੇ, ਅਤੇ ਉਹ ਮਤਲਬ ਵੱਖਰੇ ਵੱਖਰੇ ਦੂਜਿਆਂ ਨੂੰ ਵੱਖਰੇ ਤੌਰ 'ਤੇ ਲੈਣਗੇ। ਉਹ ਹੁਣ ਲਮਜ਼ ਵਿੱਚ ਇੱਕ ਦਫਾ ਕੋਸ਼ਿਸ਼ ਹੋਈ ਕਿ ਹਰ ਸਾਲ ਪੰਜਾਬੀ ਦੀ ਕਾਨਫਰੰਸ, ਬਹੁਤ ਦੁਨੀਆ ਤੋਂ ਲੋਕ ਉਹਨਾਂ ਨੇ ਬੁਲਾਏ, ਇੱਥੋਂ ਵੀ ਬਹੁਤ ਸਾਰੇ ਲੋਕ ਗਏ ਔਰ ਬਹੁਤ ਸਾਰੇ ਲੋਕਾਂ ਨੇ ਜਿਸ ਵਕਤ ਇੱਕ ਟ੍ਰਿਕਲ ਡਾਊਨ ਇਫੈਕਟ ਹੁੰਦਾ ਨਾ ਕਿ ਉੱਪਰ ਵਾਲੇ ਲੋਕ ਜਦੋਂ ਸੋਚਦੇ ਨੇ ਤਾਂ ਉਹ ਨੀਚੇ ਬੜੀ ਜਲਦੀ ਨਾਲ, ਉਹਨਾਂ ਦਿਨਾਂ 'ਚ ਮੈਂ ਦੇਖਿਆ ਕਿ ਬੜੀ ਨੀਚੇ ਇੱਕਦਮ ਬਈ ਲਮਜ਼ ਵਿੱਚ ਹੋ ਰਿਹਾ ਇਸ ਤਰ੍ਹਾਂ ਕਿ ਪੰਜਾਬੀ ਦੀ ਗੱਲ ਹੋ ਰਹੀ। ਔਰ ਉੱਥੇ ਮੈਨੂੰ ਵੀ ਉਹਨਾਂ ਨੇ ਕਈ ਦਫਾ ਲੈਕਚਰਸ ਵੈਸੇ ਬੁਲਾਏ।
ਇਸ ਤਰ੍ਹਾਂ ਜਿਸ ਤਰ੍ਹਾਂ ਤੁਹਾਡੀ ਯੂਨੀਵਰਸਿਟੀ ਹੈ ਜਾਂ ਕੋਈ ਦੂਸਰੀ ਯੂਨੀਵਰਸਿਟੀ ਹੈ, ਅਗਰ ਇਹ ਲੋਕ ਕੋਈ ਅਦਾਰਾ ਲੈਂਗੁਏਜ ਦਾ, ਹੈਰੀਟੇਜ ਦਾ, ਬੋਲੀ ਦਾ ਬਣਾਉਣਗੇ ਤੇ ਉਹ ਜ਼ਿਆਦਾ ਮਤਲਬ ਬਿਹਤਰ ਤਰੀਕੇ ਨਾਲ ਬਣਾ ਸਕਦੇ ਨੇ। ਉਹ ਆਮ ਬੰਦੇ ਵਿਚਾਰੇ ਕੀ ਹੈ, ਉਹ ਤੇ ਮੈਂ ਕਈ ਐਸੀਆਂ ਗਿਆ ਉਹਨਾਂ ਦੀਆਂ ਮੀਟਿੰਗਸ ਵਿੱਚ, ਉਹ ਆਪਸ ਵਿੱਚ ਲੜ ਪੈਂਦੇ ਨੇ ਅਲਟੀਮੇਟਲੀ, ਤੇ ਫੰਡ ਕੋਲ ਕੋਈ ਨਹੀਂ ਹੁੰਦਾ, ਪੈਸਾ ਕੋਲ ਕੋਈ ਨਹੀਂ ਹੁੰਦਾ, ਔਰ ਲੜ ਰਹੇ ਹੁੰਦੇ ਨੇ ਕਿ ਮਤਲਬ ਇਸ ਤਰ੍ਹਾਂ ਹੀ ਹੈ। ਅੱਛਾ, ਆਖਰੀ ਸਵਾਲ ਲੈਣੇ ਉਸ ਸਟੂਡੈਂਟ ਕੋਲ ਫਿਰ ਮੇਰੇ ਲਈ ਇੱਕ ਬੜੀ ਫਖਰ ਦੀ ਗੱਲ ਹੈ ਕਿ ਮੈਨੂੰ ਤੁਹਾਡੇ ਨਾਲ ਗੱਲ ਕਰਨ ਦਾ ਮੌਕਾ ਮਿਲਿਆ। ਯੂਨੀਵਰਸਿਟੀ ਆਫ ਲਾਹੌਰ ਵਿੱਚ ਅੱਜ ਤੋਂ ਕੋਈ 2 ਮਹੀਨੇ ਪਹਿਲੇ ਅਸੀਂ ਸਟਾਰਟ ਕੀਤਾ ਸੀ ਪੰਜਾਬੀ ਨੂੰ ਲੈ ਕੇ ਚੱਲਣਾ। ਇਸ ਸਮੇਂ ਅਸੀਂ 4 ਤੋਂ 5 ਲੋਕ ਸੀ, ਲੇਕਿਨ ਅਲਹਮਦੁਲਿਲਾ ਹੁਣ ਅਸੀਂ 400 ਤੋਂ 500 ਮੁੰਡੇ ਐਸੇ ਹਨ ਜਿਹੜੇ ਅਸੀਂ ਪੰਜਾਬੀ ਨੂੰ ਲੈ ਕੇ, ਕਿਉਂਕਿ ਸਾਡੇ ਇੱਥੇ ਅਹਿਸਾਸੇ ਕਮਤਰੀ ਇਸ ਤਰ੍ਹਾਂ ਦਾ ਹੈ ਕਿ ਕੋਈ ਪੰਜਾਬੀ ਬੋਲ ਰਿਹਾ ਨਾ, ਇੰਗਲਿਸ਼ ਬੋਲਣ ਵਾਲਾ ਪਹਿਲੀ ਗੱਲ ਨੂੰ ਕਹਿੰਦਾ ਯਾਰ ਇਹ ਤਾਂ ਪੇਂਡੂ, ਇਹਨੂੰ ਤਾਂ ਬੋਲਣਾ ਹੀ ਨਹੀਂ ਆਉਂਦਾ। ਤੇ ਅਸੀਂ ਉਹ ਸਟਾਰਟ ਕੀਤਾ ਪਿਛਲੇ ਦਿਨ 21 ਫਰਵਰੀ ਨੂੰ ਮਾਂ ਬੋਲੀ ਦਾ ਦਿਨ ਸੀ, ਤੇ ਅਸੀਂ ਉਹਦੇ ਤੇ ਵੀ ਛੋਟਾ ਜਿਹਾ ਪ੍ਰੋਗਰਾਮ ਕੀਤਾ। ਤੇ ਸਾਡਾ ਹੁਣ 14 ਮਾਰਚ ਨੂੰ ਪੰਜਾਬ ਕਲਚਰ ਡੇ ਆ ਰਿਹਾ, ਜਿਹਦੇ ਅਸੀਂ ਫੁੱਲ ਤਿਆਰੀ 'ਚ ਹੈਗੇ। ਅਸੀਂ ਇਨਸ਼ਾਅੱਲਾ ਤਾਲਾ ਆਪਣਾ ਪੰਜਾਬ ਦਾ ਜਿਹੜਾ ਦਿਨ ਹੈ ਉਹ ਫੁੱਲ ਤਰੀਕੇ ਨਾਲ ਮਨਾਵਾਂਗੇ, ਆਪਣੇ ਪੰਜਾਬੀ ਤਰੀਕੇ ਨਾਲ। ਮੈਂ ਚਾਹੁੰਦਾ ਮੈਨੂੰ ਕੁਝ 2-3 ਤੁਸੀਂ ਐਸੀਆਂ ਚੀਜ਼ਾਂ ਦੱਸੋ, ਕਿਉਂਕਿ ਮੈਨੂੰ ਬਹੁਤ ਚੀਜ਼ਾਂ, ਜੇ ਤੁਸੀਂ ਗੱਲ ਕੀਤੀ ਸਾਡੇ ਚੌਧਰਪੂਣਾ ਜਿਹੜਾ ਨਾ, ਉਹ ਸਭ ਤੋਂ ਸਾਨੂੰ ਜ਼ਿਆਦਾ ਨੁਕਸਾਨ ਦਿੰਦਾ ਹੈ ਕਿ ਹਰ ਪੰਜਾਬੀ ਕਹਿੰਦਾ ਜੀ ਮੈਂ ਤੇ ਮੈਂ ਹਾਂ, ਤੇ ਮੈਂ ਤੇ ਮੈਂ ਹਾਂ, ਮੇਰੇ ਤੋਂ ਬਾਅਦ ਤੇ ਹੈ ਹੀ ਕੋਈ ਨਹੀਂ। ਤੇ ਮੈਂ ਚਾਹੁੰਦਾ ਮੈਨੂੰ ਕੋਈ 2-4 ਚੀਜ਼ਾਂ ਤੁਸੀਂ ਐਸੀਆਂ ਦੱਸੋ ਤਾਂ ਕਿ ਮੈਂ ਜਿਹੜੇ ਲੋਕ ਹੋਰ ਵੀ ਲਿਆ ਸਕਣਾ, ਕਿਸ ਤਰੀਕੇ ਆਪਣੇ ਨਾਲ ਲਿਆ ਸਕਣਾ, ਜੋੜ ਸਕਣਾ ਕਿ ਮੇਰੇ ਨਾਲ ਟੁਰ ਕੇ ਪੰਜਾਬੀ ਬੋਲਣ ਤੇ ਸਾਰਾ ਜਿਹੜਾ। ਦੇਖੋ, ਸਭ ਤੋਂ ਪਹਿਲੀ ਜਿਹੜੀ ਗੱਲ ਹੈ ਨਾ, ਉਹ ਤੇ ਇਹ ਕੰਪਲੈਕਸ ਨੂੰ ਦੂਰ ਕਰਨ ਦਾ ਬੇਸਿਕਲੀ ਵੇ ਕਿ ਇਹ ਕਿਉਂ ਕਹਿ ਦਿੱਤਾ ਜਾਂਦਾ ਹੈ ਬਈ ਬੋਲੀ ਤੇ ਬੋਲੀ ਹੈ ਨਾ, ਕੋਈ ਵੀ ਬੋਲੀ। ਮਤਲਬ ਇਹ ਕਿਸ ਤਰ੍ਹਾਂ ਹੋ ਸਕਦਾ ਕਿ ਤੁਸੀਂ, ਮੈਂ ਪੰਜਾਬੀ ਦੇ ਬਾਰੇ ਇੱਕ ਬਹੁਤ ਵੱਡਾ ਇਹ ਕਿਹਾ ਜਾਂਦਾ ਕਿ ਇਹ ਬਦਤਮੀਜ਼ ਜ਼ੁਬਾਨ ਹੈ, ਕਿ ਇਹ ਪੇਂਡੂ ਜ਼ੁਬਾਨ ਹੈ। ਅੱਛਾ, ਹੁਣ ਅਸੀਂ ਜਿਹੜੀ ਉਰਦੂ ਬੋਲਦੇ ਹਾਂ, ਬੇਸਿਕਲੀ ਅਸੀਂ ਕਿਤਾਬਾਂ 'ਚ ਪੜ੍ਹੀ ਹੈ, ਉਹ ਬੜੀ ਅੱਛੀ ਹੈ। ਮਤਲਬ ਉਹ ਤੁਸੀਂ ਕਹਿ ਸਕਦੇ ਹੋ ਵੀ ਇਹ ਤੇ ਬੜੀਆਂ ਸੁਲਝੀ ਉਹਦੇ 'ਚ। ਮੈਂ ਕਰਾਚੀ ਰਿਹਾ 5 ਸਾਲ, ਜਿੰਨੀ ਗੰਦੀ ਗੱਲ ਉਰਦੂ ਵਾਲੇ ਕਰਦੇ ਨੇ ਓਏ ਹੋਏ, ਔਰ ਇੰਨੀ ਤਫਸੀਲ ਨਾਲ ਗਾਲ ਕੱਢਦੇ ਨੇ ਕਿ ਮੈਂ ਪਰੇਸ਼ਾਨ ਹੋ ਗਿਆ। ਤੇ ਮਤਲਬ ਪੰਜਾਬੀ ਬਾਰੇ ਇਹ ਜਿਹੜਾ ਇੱਕ ਇੰਪਰੈਸ਼ਨ, ਇੱਕ ਵਾਰੀ ਮੀਆਂ ਤਫੈਲ ਜਮਾਤ ਇਸਲਾਮੀ ਦਾ ਅਮੀਰ, ਉਹਨੇ ਕਹਿਤਾ ਜੀ ਪੰਜਾਬੀ ਤੇ ਗਾਲਾਂ ਦੀ ਜ਼ੁਬਾਨ ਹੈ। ਬਈ ਇੰਝ ਨਹੀਂ, ਤੁਸੀਂ ਇੰਨੀਆਂ ਸਦੀਆਂ ਤੋਂ ਲੋਕੀ ਰਹਿ ਰਹੇ ਨੇ, ਉਹਨਾਂ ਦਾ ਪਿਆਰ, ਪ੍ਰੇਮ, ਲਾਡ ਸਾਰਾ ਇਸੇ ਜ਼ੁਬਾਨ ਦੇ ਵਿੱਚ ਹੀ ਹੁੰਦਾ ਸੀ। ਔਰ ਪੂਰੀ ਸਾਰੀ ਦੁਨੀਆ ਦੀਆਂ ਜ਼ੁਬਾਨਾਂ ਦੇ ਵਿੱਚ ਗਾਲ ਕੱਢਣਾ ਚਾਹੋ ਉਹ ਵੀ ਇਸ ਤਰ੍ਹਾਂ ਹੀ। ਔਰ ਇਸ ਤਰ੍ਹਾਂ ਫਿਰ ਇਹ ਕੌਣ ਡਿਸਾਈਡ ਕਰਦਾ ਕਿ ਇਹ ਜਿਹੜੀ ਜ਼ੁਬਾਨ ਹੈ ਤੇ ਇਹ ਅੱਜ ਦੀ ਜ਼ੁਬਾਨ ਹੈ, ਤੇ ਇਹ ਜਿਹੜੀ ਜ਼ੁਬਾਨ ਹੈ ਤੇ ਇਹ ਪੁਰਾਣੀ ਜ਼ੁਬਾਨ ਹੈ। ਤੇ ਇਸ ਕੰਪਲੈਕਸ ਨੂੰ ਬੇਸਿਕਲੀ ਨਾ ਤੁਸੀਂ ਦੂਰ ਕਰਨਾ। ਔਰ ਇਹ ਬਹੁਤ ਹੀ, ਹੁਣ ਤਾਂ ਖੈਰ ਯੂਨੈਸਕੋ ਦੀਆਂ ਅਗਰ ਤੁਸੀਂ ਰਿਪੋਰਟਾਂ ਪੜ੍ਹੋ ਕਿ ਮਦਰ ਟੰਗ ਕਿਉਂ ਜ਼ਰੂਰੀ ਹੁੰਦੀ ਹੈ, ਮਤਲਬ ਕ੍ਰੀਏਟਿਵਿਟੀ ਜਿਹੜੀ ਹੁੰਦੀ ਹੈ ਨਾ ਇਨਸਾਨ ਦੇ ਅੰਦਰ, ਉਹ ਇਸ ਤੋਂ ਬਗੈਰ ਹੋ ਹੀ ਨਹੀਂ ਸਕਦੀ। ਜਿਹੜੀ ਤੁਹਾਡੀ ਧਰਤੀ ਦੇ ਵਿੱਚੋਂ ਨਿਕਲਦੀ ਹੈ ਲੈਂਗੁਏਜ ਨਾ, ਮਤਲਬ ਜਿਸ ਤਰ੍ਹਾਂ ਤੁਹਾਡੀਆਂ ਬਹੁਤ ਸਾਰੀਆਂ ਜੜੀ ਬੂਟੀਆਂ ਮਰ ਰਹੀਆਂ ਨੇ, ਬਹੁਤ ਸਾਰੇ ਪੰਛੀ ਦਰਖਤ ਮਰ ਰਹੇ ਨੇ, ਉਹ ਸਭ ਨੂੰ ਤੁਸੀਂ ਵੇਖੋ ਨਾ ਕਿ ਕਿਸ ਤਰ੍ਹਾਂ ਤੁਹਾਡਾ ਹੈਰੀਟੇਜ ਖਤਮ ਹੋ ਰਿਹਾ ਹੈ, ਇਸ ਤਰ੍ਹਾਂ ਤੁਹਾਡੀ ਬੋਲੀ ਖਤਮ ਹੋ ਰਹੀ ਹੈ। ਔਰ ਦੁਨੀਆ ਦੀ ਜਿਹੜੀ ਰੰਗਾ ਰੰਗੀ ਹੈ ਨਾ, ਬਿਲਕੁਲ ਇੱਕ ਜਜ਼ਬਾਤੀ ਜੀ ਗੱਲ ਨਹੀਂ, ਇਹ ਬੜੀ ਸਾਇੰਟੀਫਿਕਲੀ ਹੁਣ ਪ੍ਰੂਵਡ ਗੱਲ ਹੈ ਕਿ ਕਿਸੇ ਵੀ ਧਰਤੀ ਦੀ ਜਿਹੜੀ ਤਖਲੀਕੀ ਸਲਾਹੀਅਤ ਹੈ ਉੱਥੋਂ ਦੇ ਲੋਕਾਂ ਦੀ, ਉਹਨਾਂ ਦੀ ਆਪਣੀ ਮਾਂ ਬੋਲੀ ਵਿੱਚ ਹੀ ਹੋ ਸਕਦੀ ਹੈ। ਸਭ ਤੋਂ ਪਹਿਲਾਂ ਤਾਂ ਤੁਸੀਂ ਸਟੂਡੈਂਟ ਹੋ, ਤੁਸੀਂ ਪੜ੍ਹੇ ਲਿਖੇ ਹੋ, ਤੁਸੀਂ ਪੜ੍ਹੀ ਲਿਖੀ ਗੱਲ ਕਰੋ, ਦਲੀਲ ਦਿਓ ਕਿ ਬੋਲੀ ਕਿਉਂ ਹੋਣੀ ਚਾਹੀਦੀ ਹੈ। ਔਰ ਕੋਈ ਬੋਲੀ ਬਦਤਮੀਜ਼ ਨਹੀਂ, ਕੋਈ ਬੋਲੀ ਮੁਹੱਜ਼ਬ ਨਹੀਂ। ਜੇ ਉਰਦੂ ਨੂੰ ਕਹਿੰਦਾ ਮੁਹੱਜ਼ਬ, ਤੇ ਉਹਨੂੰ ਉਹਨਾਂ ਦੀਆਂ ਗਾਲਾਂ ਥੋੜ੍ਹੀਆਂ ਦੀਆਂ ਸੁਣਾ ਦਿਓ ਕਿ ਬਈ ਉਹਦੇ ਵਿੱਚ ਵੀ ਇਸ ਤਰ੍ਹਾਂ ਹੀ ਹੁੰਦਾ। ਤੇ ਇਸ ਤਰ੍ਹਾਂ ਜਿਹੜਾ ਮਤਲਬ ਜਿਹੜਾ ਕੰਪਲੈਕਸ ਹੈ ਨਾ ਬੋਲੀ ਦਾ, ਕਿ ਬਈ ਇਹ ਮੇਰੀ ਪੇਂਡੂ ਬੋਲੀ ਹੈ। ਮੇਰੇ ਆਪਣੇ ਬੱਚੇ ਜਦੋਂ ਸ਼ਾਪਿੰਗ ਵਾਸਤੇ ਅਸੀਂ ਜਾਂਦੇ ਹਾਂ ਤੇ ਮੇਰੇ ਤੋਂ ਪਰਾਂ ਰਹਿੰਦੇ ਨੇ ਕਿ ਮੈਂ ਉਹਨਾਂ ਨਾਲ ਪੰਜਾਬੀ ਬੋਲਾਂਗਾ ਤੇ ਜਿਹੜੇ ਸੇਲਸਮੈਨ ਨੇ ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਇਹ ਤੇ ਪੇਂਡੂ ਫੈਮਿਲੀ ਹੈ ਜਾਂ ਬੈਕਵਰਡ ਫੈਮਿਲੀ ਹੈ। ਇੰਨਾ ਕੰਪਲੈਕਸ ਹੈ। ਮੈਂ ਜਿਹੜਾ ਇੱਕ ਰਾਈਟਰ ਜਿਹਨੂੰ ਦੁਨੀਆ ਦਾ ਸਭ ਤੋਂ ਵੱਡਾ ਪੰਜਾਬੀ ਦਾ ਅਵਾਰਡ $25,000 ਮਿਲਿਆ, ਮਤਲਬ ਉਹਦੇ ਬੱਚੇ ਵੀ ਨਹੀਂ ਬੋਲਦੇ ਪੰਜਾਬੀ, ਕਿ ਉਹਨਾਂ ਦੇ ਅੰਦਰ ਵੀ ਕੰਪਲੈਕਸ ਹੈ। ਤੇ ਬਾਕੀ ਜਿਹੜੇ ਆਮ ਲੋਕਾਂ ਨੇ ਉਹਨਾਂ ਦੇ ਅੰਦਰ ਕਿੰਨਾ ਹੋਏਗਾ। ਤੇ ਦਲੀਲ ਦੇ ਨਾਲ ਜਜ਼ਬਾਤੀ ਹੋਣ ਦੀ ਜ਼ਰੂਰਤ ਨਹੀਂ। ਉਰਦੂ ਤੋਂ ਨਫ਼ਰਤ ਦੀ ਗੱਲ ਕੋਈ ਨਹੀਂ, ਅੰਗਰੇਜ਼ੀ ਤੋਂ ਨਫ਼ਰਤ ਦੀ ਗੱਲ ਕੋਈ ਨਹੀਂ। ਉਹ ਸਾਰੀਆਂ ਜ਼ੁਬਾਨਾਂ ਨੇ, ਜ਼ਰੂਰਤਾਂ ਵੀ ਹੈ ਨੇ ਕਿ ਸਾਨੂੰ ਅੱਜ ਅੰਗਰੇਜ਼ੀ ਦੀ ਇੱਕ ਜ਼ਰੂਰਤ ਵੀ ਹੈ। ਤੇ ਇਸ ਵਾਸਤੇ ਉਹਦੇ ਨਾਲ ਪੜ੍ਹੀ ਲਿਖੀ ਗੱਲ ਕਰੋ, ਲੋਕਾਂ ਨੂੰ ਕਨਵਿੰਸ ਕਰੋ। ਕੰਪਲੈਕਸ ਪਹਿਲਾਂ ਦੂਰ ਕਰੋ ਕਿ ਕੋਈ ਵੀ ਜ਼ੁਬਾਨ ਹੀਣੀ ਮਾੜੀ ਨਹੀਂ ਹੁੰਦੀ।
ਸਾਰੀ ਦੁਨੀਆ ਦੀਆਂ ਜ਼ਬਾਨਾਂ ਜਿਹੜੀਆਂ ਨੇ, ਹੁਣ ਮੇਰੀ ਮਾਂ ਦੀ ਅਗਰ ਸ਼ਕਲ ਨਾ ਵੀ ਸੋਹਣੀ ਹੋਵੇ ਤੇ ਮੈਨੂੰ ਤੇ ਆਪਣੀ ਮਾਂ ਹੀ ਚੰਗੀ ਲੱਗੇਗੀ। ਉਹਦਾ ਇਹ ਥੋੜ੍ਹਾ ਹੈ ਕਿ ਵੀ ਇੱਕ ਜਿਹੜੀ ਇੰਝ ਕੱਸੇ ਜਿਸਮ ਵਾਲੀ ਔਰਤ ਹੁੰਦੀ ਹੈ, ਗੋਰੇ ਰੰਗ ਦੀ ਹੁੰਦੀ ਹੈ, ਤੇ ਉਹੀ ਜਿਹੜੀ ਹੁੰਦੀ ਹੈ। ਮੈਂ ਤੇ ਆਪਣੀ, ਮੇਰੀ ਬੋਲੀ 'ਚ ਜੋ ਕੁਝ ਹੈ ਮੈਨੂੰ ਉਹ ਪਿਆਰਾ ਹੋਣਾ ਚਾਹੀਦਾ ਹੈ। ਔਰ ਬੋਲੀ ਦੇ ਜਿਹੜੇ ਲਫ਼ਜ਼ ਹੁੰਦੇ ਨੇ ਉਹਦੇ ਵਿੱਚ ਕਈ ਦਫਾ ਪੂਰੇ ਕਲਚਰ ਦੀ ਕੁਝ ਹਿੱਸਾ ਹੁੰਦਾ ਪੂਰਾ। ਇਸ ਵਾਸਤੇ ਲਫ਼ਜ਼ ਜਿਹੜੇ ਮਰਦੇ ਨੇ ਉਹਦੇ ਨਾਲ ਤੁਹਾਡਾ ਕਲਚਰ ਮਰ ਰਿਹਾ ਹੁੰਦਾ। 14 ਮਾਰਚ ਨੂੰ ਇਸੇ ਵਾਸਤੇ ਆਪਣੇ ਰਾਵੀ ਦੇ, ਮੈਂ ਬੇਸਿਕਲੀ ਤਾਂਦਰੇ ਦਾ ਰਹਿਣ ਵਾਲਾ ਤੇ ਸਾਡੇ ਰਾਵੀ ਦੇ ਜਿਹੜੇ ਸ਼ਾਇਰ ਨੇ ਨਾ, ਤੁਹਾਨੂੰ ਪਤਾ ਹੋਵੇਗਾ ਮਾਂ ਰਿਆਜ਼ ਸਿਆਲ ਸਾਹਿਬ, ਮੈਂ ਉਹਨਾਂ ਦਾ ਸਟੂਡੈਂਟ ਵੀ ਹਾਂ, ਤੇ ਅਸੀਂ ਉਹ ਬੁਲਵਾਏ ਨੇ ਆਪਣੇ 14 ਫੰਕਸ਼ਨ ਦੇ। ਮੈਂ ਚਾਹੁੰਦਾ ਮੈਂ ਆਪਣੇ ਮੌਜੂਦਾ ਦੋਸਤਾਂ ਨੂੰ ਵੀ ਦਾਵਤ ਦਿਆਂ। ਹਾਂ ਜ਼ਰੂਰ, ਬਿਲਕੁਲ ਫੰਕਸ਼ਨ ਦੇ ਤੱਕ ਸਾਡਾ ਮਾਣ ਵੀ ਵਧਾਉਣ ਤੇ ਅਸੀਂ ਆਪਣੀ ਬਿਲਕੁਲ ਬਿਲਕੁਲ ਬਿਲਕੁਲ, ਬਹੁਤ ਅੱਛਾ ਜੀ। अस्सलाम वालेकुम सर। ਸਰ ਪਹਿਲਾਂ ਤੇ ਉਹੀ ਗੱਲ ਜਿਹੜੀ ਕੀਤੀ ਸਾਰਿਆਂ, ਧੰਨਵਾਦ ਸਾਡੇ ਕਿ ਤੁਸੀਂ ਇੱਥੇ ਤਸ਼ਰੀਫ ਲਿਆਏ ਹੋ। ਔਰ ਉਸ ਤੋਂ ਬਾਅਦ ਦੂਜੀ ਤੁਸੀਂ ਔਨ ਸੀ ਸਰ। ਔਰ ਉਸ ਤੋਂ ਬਾਅਦ ਸਰ ਮੈਂ ਇਹ ਪੁੱਛਣਾ ਚਾਹ ਰਿਹਾ ਸੀ, ਤੁਸੀਂ ਇੱਕ ਗੱਲ ਕੀਤੀ ਕਿ ਸਾਡੀ ਪੰਜਾਬੀਆਂ ਦੀ ਜੁੜਤ ਧਰਤੀ ਨਾਲ ਘੱਟ ਹੈ। ਤੁਸੀਂ ਹੁਣ ਵੇਖ ਲਓ, ਤੁਸੀਂ ਇੰਨੇ ਵਿਚਾਰ ਸਾਂਝੇ ਕੀਤੇ, ਮਤਲਬ ਬਹੁਤ ਵਧੀਆ ਸਿਰਾ ਲਾਤਾ। ਜਦੋਂ ਤੁਸੀਂ ਡਾਲਰਾਂ ਦੀ ਗੱਲ ਕੀਤੀ ਸਾਰਿਆਂ ਤਾੜੀ ਕੁੱਟ ਕੱਢੀ। ਮੈਂ ਕੀ ਚੀਜ਼ ਹੈ ਕਿ ਮਤਲਬ ਕੀ ਕਰੀਏ ਅਸੀਂ ਕਿ ਸਾਡੇ ਜੀ ਵਾਕਈ ਧਰਤੀ ਨਾਲ ਜੁੜਨ, ਸਾਡੇ ਜੀਆਂ ਨੂੰ ਵਾਕਈ ਸਮਝ ਆਵੇ ਧਰਤੀ ਕੀ ਹੈ, ਬੋਲੀ ਕੀ ਹੈ, ਜਾਂ ਇਹਦੇ ਨਾਲ ਸਾਹਿਤ ਸਾਡਾ ਬੁੰਤਰ, ਇਹ ਚੀਜ਼ਾਂ ਸਮਝ ਆ ਜਾਣ। ਮਤਲਬ ਕੀ ਤੁਸੀਂ ਟਿਪਸ ਦਿੰਦੇ ਹੋ? ਮੈਂ ਤੁਹਾਨੂੰ ਦੱਸਿਆ ਨਾ ਕਿ ਜਿਹੜਾ ਇੱਕ ਨੈਸ਼ਨਲਿਜ਼ਮ ਦਾ ਜਜ਼ਬਾ ਹੁੰਦਾ ਨਾ ਕਿ ਬਈ ਇਹ ਮੇਰੀ ਚੀਜ਼ ਹੈ, ਮੈਂ ਉਹਨੂੰ ਮਾਣਾ ਕਿ ਬਈ ਇਹ ਮੇਰੀ ਧਰਤੀ ਹੈ, ਇਹ ਮੇਰਾ ਪਿੰਡ ਹੈ। ਹੁਣ ਜਿਹੜੇ ਪੁਰਾਣੇ ਲੋਕ ਸਨ ਨਾ, ਉਹ ਫਿਰ ਵੀ ਕਿਸੇ ਹੱਦ ਤੱਕ, ਮੈਂ ਇੱਕ ਬਜ਼ੁਰਗ ਆਦਮੀ ਦਾ ਪਤਾ ਲੈਣ ਵਾਸਤੇ ਗਿਆ, ਪੁੱਛਣ ਵਾਸਤੇ ਗਿਆ, ਬਿਮਾਰ ਸੀ ਬਹੁਤ ਸੀਰੀਅਸਲੀ, ਕੈਂਸਰ ਸੀ ਉਹਨੂੰ, ਅਤੇ ਉਹ ਹੈ ਵੀ ਅਹਿਲ ਹਦੀਸ ਵਾਬੀ, ਅਤੇ ਬਜ਼ੁਰਗ ਸੀ, ਕਈ ਉਹਨੇ ਹੱਜ ਕੀਤੇ ਸਨ, ਅਤੇ ਉਹ ਬਾਰ-ਬਾਰ ਨਾ ਆਪਣੇ ਬੱਚਿਆਂ ਨੂੰ ਕਹਿ ਰਿਹਾ ਸੀ ਮੈਨੂੰ ਮੇਰੇ ਕਾਬੇ ਲੈ ਜਾਓ, ਮੈਨੂੰ ਮੇਰੇ ਕਾਬੇ ਲੈ ਜਾਓ। ਅਤੇ ਯਕੀਨਨ ਮੈਂ ਇੱਕ ਅਹਿਲ ਹਦੀਸ ਬਜ਼ੁਰਗ ਮਰਨ ਵਾਲਾ ਬੰਦਾ, ਮੈਂ ਹੀ ਸਮਝਾਂਗਾ ਜਿਹੜਾ ਮੱਕੇ ਮਦੀਨੇ ਵਾਲਾ ਕਾਬਾ ਹੈ, ਮੱਕੇ ਵਾਲਾ ਕਾਬਾ ਹੈ, ਉਹਦੀ ਗੱਲ ਕਰ ਰਿਹਾ। ਅਤੇ ਉਹ ਬੱਚੇ ਕਹਿੰਦੇ ਨਹੀਂ ਆ, ਕਹਿੰਦਾ ਮੇਰਾ ਕਾਬਾ ਮੇਰਾ ਪਿੰਡ ਹੈ। ਪੁਰਾਣੇ ਲੋਕਾਂ ਦੇ ਵਿੱਚ ਤਾਂ ਫਿਰ ਵੀ ਇੱਕ ਆਪਣੀ ਧਰਤੀ ਦੇ ਨਾਲ ਜੁੜਤ ਸੀ। ਹੁਣ ਜਿਹੜਾ ਅੱਜ ਦਾ ਜਿਹੜਾ ਗਲੋਬਲ ਵਿਲੇਜ, ਅਸੀਂ ਜਿਸ ਤਰ੍ਹਾਂ ਸੋਸ਼ਲ ਮੀਡੀਆ ਔਰ ਗਲੋਬਲ ਵਿਲੇਜ ਦੀ ਜਿਹੜੀ ਸਾਰੀ ਗੱਲ ਹੋ ਰਹੀ ਹੈ, ਅਸੀਂ ਉਹਨਾਂ ਐਫਰਟਸ ਨੂੰ ਨਹੀਂ ਦੇਖ ਰਹੇ ਕਿ ਜਿਹੜਾ ਲੈਟਨ ਅਮਰੀਕਾ ਦੇ ਵਿੱਚ ਜਾਂ ਈਵਨ ਅਮਰੀਕਾ ਦੇ ਵਿੱਚ ਜਿਹੜੇ ਰੈੱਡ ਇੰਡੀਅਨਸ ਨੇ ਆਪਣੇ ਕਲਚਰ ਨੂੰ ਕਿਵੇਂ ਬਚਾ ਰਹੇ ਨੇ। ਮੈਂ ਕੈਨੇਡਾ ਦੇ ਵਿੱਚ ਜਿਸ ਵਕਤ ਮੈਨੂੰ ਅਵਾਰਡ ਮਿਲਿਆ ਤੇ ਮੈਂ ਉੱਥੇ ਗਿਆ, ਤੇ ਉਹ ਜਿਨ੍ਹਾਂ ਨੂੰ ਹੁਣ ਫਸਟ ਨੇਸ਼ਨ ਉੱਥੇ ਕਹਿ ਰਹੇ ਨੇ ਨਾ, ਉਹ ਪੁਰਾਣੇ ਅਬੋਰਜੀਨੀਜ਼ ਲੋਕ, ਉਹਨਾਂ ਨੇ ਸਾਨੂੰ ਲੈ ਕੇ ਜਾ ਕੇ ਦਿਖਾਇਆ ਕਿ ਪੂਰੀ ਜਨਰੇਸ਼ਨ, ਪੂਰੀ ਉਹਨਾਂ ਦੀ ਜਿਹੜੀ ਸੀ ਲੋਕ, ਉਹਨਾਂ 'ਚ ਹੁਣ ਕੋਈ ਇੱਕ ਬੰਦਾ ਰਹਿ ਗਿਆ, ਕੋਈ 2 ਬੰਦੇ ਰਹਿ ਗਏ ਨੇ, ਇਸ ਤਰ੍ਹਾਂ ਹੋ ਰਿਹਾ। ਮਤਲਬ ਉਹਨਾਂ ਨੂੰ ਲੋਕੀ ਹੁਣ ਜਿਵੇਂ ਮਿਊਜ਼ੀਅਮ ਵਿੱਚ ਰੱਖੀ ਚੀਜ਼ ਹੈ ਇੰਝ ਦੇਖ ਰਹੇ ਨੇ। ਪੰਜਾਬ ਵਿੱਚ ਵੀ ਅਸੀਂ ਇਸ ਤਰ੍ਹਾਂ ਹੀ ਬਣਨ ਜਾ ਰਹੇ ਹਾਂ ਕਿ ਹੁਣ ਉਹ ਜਿਹੜੇ ਬਜ਼ੁਰਗ ਜਿਹੜੇ ਪੰਜਾਬ ਦੀਆਂ ਗੱਲਾਂ ਕਰਨਗੇ, ਹੁਣ ਅਸੀਂ ਸਮਝਾਂਗੇ ਯਾਰ ਹੁਣ ਆਖਰੀ ਬੰਦੇ ਨੇ, ਉਹਨਾਂ ਦੀਆਂ ਸਾਰੀਆਂ ਚੀਜ਼ਾਂ। ਅਤੇ ਉਹ ਜਿਹੜੀ ਜੁੜਤ ਸੀ ਨਾ ਲੋਕਾਂ ਦੀ ਪੁਰਾਣੀ, ਜਿਹੜੀ ਅਸੀਂ ਇਨਹੈਰਿਟ ਨਹੀਂ ਕੀਤੀ ਉਹਨਾਂ ਦੇ ਕੋਲ, ਉਹਨਾਂ ਵਿੱਚ ਤਾਂ ਐਸੀ, ਅਤੇ ਉਹ ਹੋਣੀ ਬਹੁਤ ਜ਼ਰੂਰੀ ਹੈ। ਔਰ ਉਹ ਦੇਖੋ ਸਾਰੀ ਸੋਚ ਸਮਝ ਦੀ ਗੱਲ ਹੈ। ਕੰਪਲੈਕਸ ਅਗਰ ਖ਼ਤਮ ਹੋ ਜਾਏ ਨਾ ਕਿ ਬਈ ਮੇਰੇ ਵਿੱਚ, ਔਰ ਫਿਰ ਦੂਸਰਾ ਜਿਹੜਾ ਅਸੀਂ ਕਈ ਦਫਾ ਬਹੁਤ ਜ਼ਿਆਦਾ ਜੋੜ ਦਿੰਦੇ ਹਾਂ ਬਈ ਅਗਰ ਮੈਂ ਧੋਤੀ ਬੰਨੀ ਹੈ ਤਾਂ ਫਿਰ ਹੀ ਮੈਂ ਪੰਜਾਬੀ ਹਾਂ, ਅਤੇ ਪੈਂਟ ਪਾਈ ਹੈ ਤਾਂ ਨਹੀਂ ਪੰਜਾਬੀ। ਤਾਂ ਇਹ ਵੀ ਅਜੀਬ ਜਿਹੀਆਂ ਕੁਝ ਗੱਲਾਂ ਨੇ। ਬਈ ਅਗਰ ਹੁੱਕਾ ਪਿਆ ਮੇਰੇ ਅੱਗੇ, ਸਿਰ 'ਤੇ ਪੱਗ ਹੈ, ਗਲੇ 'ਚ ਪਰਨਾ ਹੈ, ਤਾਂ ਫਿਰ ਮੈਂ ਨਹੀਂ, ਤੂੰ ਪੈਂਟ ਵਿੱਚ ਵੀ ਪੰਜਾਬੀ ਹੈ, ਤੂੰ ਹਰ ਰੂਪ ਵਿੱਚ ਪੰਜਾਬੀ ਹੈ, ਤੂੰ ਅੰਗਰੇਜ਼ੀ ਪੜ੍ਹਨੀ ਪੈ ਰਹੀ ਹੈ ਤੈਨੂੰ, ਤੂੰ ਉਹਦੇ ਵਿੱਚ ਵੀ ਪੰਜਾਬੀ ਹੈ। ਜਦੋਂ ਉਹ ਕੰਪਲੈਕਸ ਖਤਮ ਹੋਏਗਾ ਤਾਂ ਤੁਹਾਡੇ ਵਿੱਚ ਆਪਣੇ ਆਪ ਹੀ ਇਹ ਚੀਜ਼ ਆਏਗੀ ਕਿ ਇਹ ਮੇਰੀ ਚੀਜ਼ ਹੈ, ਮੈਂ ਉਹਨੂੰ ਓਨ ਕਰਨਾ। ਬਾਕੀ ਜਿਹੜੀ ਰੂਲਿੰਗ ਲੀਡ ਦੀ ਮੈਂ ਤੁਹਾਨੂੰ ਗੱਲ ਕੀਤਾ ਸੀ ਨਾ, ਬੇਸਿਕਲੀ ਉਹਦੇ ਵਿੱਚ ਮਸਲਾ ਮੇਨ ਹੈ। ਜਿਹੜੀ ਤੁਹਾਡੀ ਪਾਲਿਸੀ ਮੇਕਿੰਗ ਹੁੰਦੀ ਹੈ ਨਾ, ਆਮ ਬੰਦਾ ਵਿਚਾਰਾ ਕਿੱਥੇ ਬਣਾਉਂਦਾ ਪਾਲਿਸੀ ਮੇਕਿੰਗ, ਉਹ ਤਾਂ ਵਕਤ ਦੇ ਮੁਤਾਬਕ ਵਿਚਾਰੇ ਆਪਣੇ ਫੈਸਲੇ ਕਰਦਾ ਕਿ ਮੈਂ ਹੁਣ ਕੀ ਕਰਨਾ। ਜਿਹੜਾ ਉੱਪਰ ਵਾਲਾ ਪਾਲਿਸੀ ਬਣਾਉਣ ਵਾਲਾ ਨਾ, ਉਹ ਸਾਰੇ ਦਾ ਸਾਰਾ ਉਹ ਆਪਣੀ ਧਰਤੀ ਨਾਲ ਨਹੀਂ ਜੁੜਿਆ ਸਾਡਾ। ਜਦੋਂ ਥੱਲੇ ਪ੍ਰੈਸ਼ਰ ਕੋਈ ਆਏਗਾ, ਇਸ ਤਰ੍ਹਾਂ ਦੀਆਂ ਤੁਸੀਂ ਗੱਲਾਂ ਕਰੋਗੇ, ਉੱਪਰ ਤੱਕ ਗੱਲ ਜਾਏਗੀ, ਅਤੇ ਉਹਨਾਂ ਨੂੰ ਵੀ ਪਤਾ ਲੱਗੇਗਾ ਵੀ ਨਹੀਂ ਹੁਣ ਇਹਨਾਂ ਲੋਕਾਂ ਦੀ, ਧਰਤੀ ਦੇ ਲੋਕਾਂ ਦੀ ਗੱਲ ਮੰਨ ਲਓ। ਅੱਛਾ
बस वक्त काफ़ी हो गया मेरा ख्याल है वाइंड अप करने हैं ते सब तो नैनसुख साहब का बहुत बहुत शुक्रिया सर तुसी आए टाइम दिता बच्चों नाल गल की तो मेरा ख्याल है सैशन बहुत ही अच्छा रहा तो पंजाबी की गल हुई है मेरा ख्याल है मैं आखिरी जो इख्तिताम है वो बाबा नजमी का एक शेर है पंजाबी का वो ते करांगा वो कहते हैं कि मस्जिद मेरी तू क्यों टावें मैं क्यों टावां मंदिर नूं मस्जिद मेरी तू क्यों टावें मैं क्यों टावां मंदिर नूं आ जा दोवें बह के पढ़िए एक दूजे दे अंदर नूं ते सदियां वांग अज भी कुछ नहीं जाना मस्जिद मंदिर दा सदियां वांग अज भी कुछ नहीं जाना मस्जिद मंदिर दा लहू ते तेरा मेरा लगना तेरे मेरे खंजर नूं मेरा ख्याल है पंजाबी मुहब्बत की ज़बान है पंजाबी जी है साड़ी माँ की ज़बान है इस तो वध के मेरा ख्याल है कुछ नहीं हो सकता जिहड़ियां गल्लां होईयां मैं चाहांगा या मैं उम्मीद करना कि जिहड़ा ना कम अज़ कम असी इनफरादी तौर पर उन्होंने अपनाने की कोशिश करांगे बाकी सर बहुत शुक्रिया तुसी आए।